ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘੂ ਬਾਰਡਰ ਦੇ ਉੱਤੇ ਜਿਹੜਾ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਜਿਹੜਾ ਇੱਥੇ ਲੰਗਰ ਪ੍ਰਸ਼ਾਦਾ ਦੀ ਸੇਵਾ ਜਿਹੜੀ ਇੱਥੇ ਕਰ ਰਹੇ ਆ, ਪਿਛਲੇ ਲੰਬੇ ਸਮੇਂ ਤੋਂ ਕਹਿ ਸਕਦੇ ਹਾਂ, ਜਦੋਂ ਦਾ ਮੋਰਚਾ ਸ਼ੁਰੂ ਹੋਇਆ ਉਦੋਂ ਤੋਂ ਜਿਹੜੀ ਸੇਵਾ ਚੱਲ ਰਹੀ ਹੈ, ਉੱਥੇ ਇਸ ਸਮੇਂ ਅਸੀਂ ਖੜ੍ਹੇ ਹਾਂ। ਅਤੇ ਇਕੱਠ ਸੰਗਤ ਦਾ ਮੈਂ ਸੋਚਦਾ ਕਿ ਜੇ ਤੁਸੀਂ ਦੇਖੋਗੇ ਤਾਂ ਤੁਹਾਡੀ ਚਿੰਤਾ ਦੂਰ ਹੋ ਜਾਏਗੀ। ਅਤੇ ਲੰਗਰ ਪ੍ਰਸ਼ਾਦੇ ਕਿੰਨੀ ਕੁ ਮਾਤਰਾ 'ਚ ਪੱਕ ਰਹੇ ਆ, ਕਿੰਨੀ ਮਾਤਰਾ 'ਚ ਤੰਦੂਰ ਲੱਗੇ ਆ, ਉਹਨਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਸੰਗਤ ਦਾ ਇਕੱਠ ਹੈ। ਅਤੇ ਮੈਨੂੰ ਲੱਗਦਾ ਕਿ ਇੱਥੋਂ ਦਾ ਜਿਹੜਾ ਮਾਹੌਲ ਹੈ ਉਹ ਤੁਹਾਡਾ ਸਭ ਸੰਗਤਾਂ ਦੀ ਜਿਹੜੀ ਚਿੰਤਾ ਹੈ ਉਹ ਦੂਰ ਕਰੇਗਾ। ਇੱਥੋਂ ਦੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਾਂਗੇ, ਹੋਰ ਜਿਹੜੇ ਸੱਜਣ ਵੀਰ ਖੜ੍ਹੇ ਇੱਥੇ ਪਹੁੰਚੇ ਆ। ਇਹ ਇੱਕ ਗੱਲ ਮੈਂ ਸੰਗਤ ਜੀ ਤੁਹਾਨੂੰ ਕਲੀਅਰ ਕਰ ਦੇਣਾ ਚਾਹਾਂਗਾ ਕਿ 26 ਜਨਵਰੀ ਦੇ ਜਿਹੜਾ ਦਿਨ ਮਿਥਿਆ ਗਿਆ ਸੀ ਪਰੇਡ ਵਾਸਤੇ, ਉਦੋਂ ਬਹੁਤ ਸਾਰੀ ਸੰਗਤ ਸਪੈਸ਼ਲ ਪਹੁੰਚੀ ਸੀ ਸਿਰਫ 26 ਜਨਵਰੀ ਦਾ ਪ੍ਰੋਗਰਾਮ, ਉਸ ਦਿਨ ਦਾ ਪ੍ਰੋਗਰਾਮ ਵੇਖਣ ਵਾਸਤੇ। ਬਹੁਤ ਸਾਰੀ ਸੰਗਤ ਆਪਣੀਆਂ ਕਾਰਾਂ 'ਤੇ, ਮੋਟਰਸਾਈਕਲਾਂ 'ਤੇ, ਟਰੈਕਟਰਾਂ 'ਤੇ ਇੱਥੇ ਪਹੁੰਚੀ ਸੀ। ਜਿਹੜੇ ਕੰਮਕਾਰ ਕਰਨ ਵਾਲੇ ਬੰਦੇ ਵੀ ਸੀ ਉਹ ਵੀ ਇਸ ਦਿਨ ਵਾਸਤੇ ਖਾਸ ਇੱਥੇ ਪਹੁੰਚੇ ਸੀ। ਕੰਮਕਾਰ ਕਹਿਣ ਤੋਂ ਭਾਵ ਵੀ ਜਿਹੜੇ ਕਿਸੇ ਨੌਕਰੀ ਪੇਸ਼ੇ ਨਾਲ ਸੰਬੰਧ ਰੱਖਦੇ ਸੀ, ਇਹ ਸਮਾਂ ਨਹੀਂ ਸੀ ਕੱਢ ਸਕਦੇ, ਉਹ 1-2 ਦਿਨ ਦਾ ਸਮਾਂ ਕੱਢ ਕੇ 26 ਜਨਵਰੀ ਦਾ ਪ੍ਰੋਗਰਾਮ, ਕਿਉਂਕਿ ਜਿਵੇਂ ਉਹ ਲਿਖਿਆ ਗਿਆ ਸੀ, ਉੱਥੇ ਵੇਖਣ ਲਈ ਪਹੁੰਚੇ। 26 ਜਨਵਰੀ ਦੇ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਇੱਥੇ ਅਚਾਨਕ ਜਿਹੜੇ ਵੀਰ ਸਪੈਸ਼ਲ ਪਹੁੰਚੇ ਸੀ, ਉਹਨਾਂ ਦੇ ਚਾਲੇ ਵਾਪਸ ਪੰਜਾਬ ਵੱਲ ਨੂੰ ਪੈ ਗਏ। ਸੋ ਜ਼ਾਹਿਰ ਜੀ ਗੱਲ ਇਹ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਆਈ ਵੀ ਸੀ ਅਤੇ ਵੱਡੀ ਗਿਣਤੀ ਦੇ ਵਿੱਚ ਵਾਪਸ ਚਲੀ ਗਈ। ਸੰਗਤ ਵਾਪਸ ਸਿਰਫ ਉਹੀ ਗਈ ਜੋ ਸਿਰਫ 26 ਜਨਵਰੀ ਦਾ ਜਿਹੜਾ ਉਹ ਲੀਕਿਆ ਹੋਇਆ ਪ੍ਰੋਗਰਾਮ ਸੀ, ਮਿਥਿਆ ਹੋਇਆ ਪ੍ਰੋਗਰਾਮ ਸੀ, ਉਹ ਦੇਖਣ ਆਈ ਸੀ। ਇਕੱਲੀ ਉਹ ਸੰਗਤ ਵਾਪਸ ਗਈ। ਅਤੇ ਜੇ ਆਪਾਂ ਨੋਰਮਲ ਸੰਗਤ ਦੀ ਗੱਲ ਕਰੀਏ, ਜਿਹੜੀ ਪਹਿਲਾਂ ਇੱਥੇ ਬੈਠੀ ਸੀ, ਉਹਦੀ ਗਿਣਤੀ ਤਾਂ ਸੰਗਤ ਜੀ ਪਹਿਲਾਂ ਨਾਲੋਂ ਵੀ ਜ਼ਿਆਦਾ ਗਿਣਤੀ ਜਿਹੜੀ ਆਮ ਸੰਗਤ ਦੀ ਹੈ। ਸੋ ਸਾਡਾ ਇੱਕ ਫਰਜ਼ ਬਣਦਾ ਸੀ ਇਹ ਸ਼ੱਕ ਦੂਰ ਕਰਨ ਦਾ। ਹੁਣ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਵੀਰ ਸਾਡੇ ਨਾਲ ਨੇ, ਇੱਥੇ ਲੰਗਰ ਦੇ ਵਿੱਚ ਮੌਜੂਦ ਰਹਿੰਦੇ ਆ, ਇੱਥੇ ਜਿਹੜਾ ਮਾਹੌਲ ਹੈ ਉਹ ਦੇਖਦੇ ਰਹਿੰਦੇ, ਸੇਵਾ ਕਰਦੇ ਆ। ਸੋ ਆਪਾਂ ਇਹਨਾਂ ਕੋਲੋਂ ਜਾਣਕਾਰੀ ਲਵਾਂਗੇ। ਮੈਨੂੰ ਲੱਗਦਾ ਕਿ ਜਿਹੜੇ ਜ਼ਮੀਨੀ ਪੱਧਰ 'ਤੇ ਵਿਚਰਦੇ ਉਹਨਾਂ ਨੂੰ ਸਭ ਤੋਂ ਵੱਧ ਇਸ ਚੀਜ਼ ਬਾਰੇ ਜਾਣਕਾਰੀ ਹੁੰਦੀ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਇਹ ਆ ਵੀ 26 ਤੋਂ ਬਾਅਦ ਵਿੱਚ ਜਿਹੜਾ ਸੰਗਤ ਦਾ ਮਾਹੌਲ ਆ ਬਹੁਤ ਜ਼ਿਆਦਾ ਵੱਧ ਚੁੱਕਾ ਵਾ। ਇਸ ਕਰਕੇ ਆਹ ਤੰਦੂਰ ਵੀ ਸਾਨੂੰ ਵਧਾਉਣੇ ਪਏ ਆ ਅਤੇ ਪ੍ਰਸ਼ਾਦਾ ਵੀ ਅੱਗੇ ਨਾਲੋਂ ਬੰਦੇ ਜ਼ਿਆਦਾ ਵਧਾਉਣੇ ਪਏ ਆ। ਪ੍ਰਸ਼ਾਦਾ ਅੱਗੇ ਨਾਲੋਂ ਜ਼ਿਆਦਾ ਚੱਲ ਰਿਹਾ ਵਾ ਅਤੇ ਸੰਗਤ ਦਾ ਮਾਹੌਲ ਬਹੁਤ ਅੱਗੇ ਨਾਲੋਂ ਜ਼ਿਆਦਾ ਵੱਧ ਗਿਆ ਵਾ। ਇਸ ਹਿੰਸਾ ਨੂੰ ਲੈ ਕੇ ਅੱਗੇ ਨਾਲੋਂ ਇਕੱਠ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ ਵਾ ਅਤੇ ਸਾਧ ਸੰਗਤ ਵਾਸਤੇ 24 ਘੰਟੇ ਪ੍ਰਸ਼ਾਦਾ ਚਾਲੂ ਆ। ਜਿਸ ਟਾਈਮ 'ਤੇ ਵੀ ਸੰਗਤ ਆਵੇ, ਸਾਰਿਆਂ ਨੂੰ ਪ੍ਰਸ਼ਾਦਾ ਰਾਜਿੰਦਰ ਨੂੰ ਮਿਲਦਾ ਵਾ, ਛਕਦੇ ਆ। ਰਹਿਣ ਬਸੇਰਾ ਵੀ ਹੈਗਾ ਵਾ, ਬੱਸਾਂ ਬਾਬਾ ਜੀ ਹੋਣਾ ਮੰਗਾਈਆਂ ਵਾ ਰਹਿਣ ਵਾਸਤੇ, ਬੀਬੀਆਂ ਵਾਸਤੇ ਸਪੈਸ਼ਲ, ਅਤੇ ਰਹਿਣ ਦਾ ਵੀ ਜੁਗਾੜ ਪੂਰਾ ਬਣਿਆ ਹੋਇਆ ਵਾ। ਅਤੇ ਸਾਰਾ ਹੀ ਪ੍ਰਬੰਧ ਬਾਬਿਆਂ ਵੱਲੋਂ, ਸਾਬਣ, ਤੇਲ, ਬੁਰਸ਼ ਵਗੈਰਾ ਜਿਹੜੀ ਚੀਜ਼ ਦੀ ਦਿੱਕਤ ਹੋਵੇ ਸਾਰਾ ਬਾਬਾ ਜੀ ਦਿੰਦੇ ਆ। ਅਤੇ ਇੱਥੋਂ ਸ਼ੁਰੂ ਤੋਂ ਬਾਬਾ ਜੀ ਹੋਣਾ ਸੇਵਾ ਚਲਾਈਆਂ ਹੈਗੀਆਂ। ਨਾਲੇ ਸੰਗਤ ਨੂੰ ਬੇਨਤੀ ਆ ਵੀ ਸੰਗਤ ਕਿਸੇ ਤਰ੍ਹਾਂ ਦਾ ਫਿਕਰ ਨਾ ਕਰੇ। ਜਿੱਦਾਂ ਹੀ ਅੱਗੇ ਪ੍ਰੋਗਰਾਮ ਚੱਲ ਰਿਹਾ ਉਦੋਂ ਵੀ ਵਧੀਆ ਚੱਲ ਰਹੇ ਆ, ਕਿਸੇ ਗੱਲ ਦੀ ਦਿੱਕਤ ਨਹੀਂ। ਜਿਹੜੀ ਸੰਗਤ ਨੇ ਆਉਣਾ ਵਾ ਬੇਫਿਕਰੀ ਹੋ ਕੇ ਆਵੇ, ਕਿਸੇ ਗੱਲ ਦੀ ਦਿੱਕਤ ਨਹੀਂ ਆ। ਬਹੁਤ ਵਧੀਆ ਸਾਰਾ ਕੁਝ ਚੱਲ ਰਿਹਾ ਵਾ। ਲੋਕਾਂ ਫਲਾਵਾਂ ਫਲਾਈਆਂ ਵਾ ਵੀ ਐਂ ਹੋ ਗਿਆ, ਜਿਉਂ ਹੋ ਗਿਆ, ਕੋਈ ਇਹੋ ਜਿਹੀ ਗੱਲ ਨਹੀਂ ਹੋਈ। ਸਾਰਾ ਕੁਝ ਵਧੀਆ ਚੱਲ ਰਿਹਾ ਵਾ। ਸੰਗਤ ਜੀ, ਮਹਾਂਪੁਰਖਾਂ ਵੱਲੋਂ ਲੰਬੇ ਸਮੇਂ ਤੋਂ ਜਿਹੜੀਆਂ ਸੇਵਾਵਾਂ ਇੱਥੇ ਚਲਾਈਆਂ ਜਾ ਰਹੀਆਂ ਨੇ, ਜਿਸ ਦੇ ਤੁਸੀਂ ਦਰਸ਼ਨ ਪਹਿਲਾਂ ਵੀ ਕੀਤੇ, ਅੱਜ ਵੀ ਤੁਸੀਂ ਉਸ ਦਾ ਦ੍ਰਿਸ਼ ਵੇਖਿਆ। ਸੋ ਉਹਨਾਂ ਦੀ ਦੇਖ ਰੇਖ ਕਰ ਰਹੇ ਇੱਥੇ ਬਾਬਾ ਭਜਨ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਇਸ ਸਮੇਂ, ਅਤੇ ਸਾਨੂੰ ਲੱਗਦਾ ਕਿ ਬਿਲਕੁਲ ਐਕੂਰੇਟ ਜਾਣਕਾਰੀ ਉਹ ਸਾਨੂੰ ਦੇਣਗੇ। ਇਸ ਸਮੇਂ ਕੀ ਮਾਹੌਲ ਹੈ, 26 ਤੋਂ ਬਾਅਦ ਕੀ ਮਾਹੌਲ ਬਣਿਆ ਸੀ, ਮੈਂ ਚਾਹੁੰਦਾ ਬਾਬਾ ਜੀ ਜਿਹੜੀ ਸਾਨੂੰ ਜਾਣਕਾਰੀ ਦੇਣ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਇਹ ਲੰਗਰ ਗੁਰੂ ਦਾ ਲੰਗਰ ਕਾਰ ਸੇਵਾ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲਿਆਂ ਨਾਲ ਚਲਾਇਆ ਜਾ ਰਿਹਾ, ਜੋ ਕਿ ਬਾਬਾ ਗੁਰਮੀਤ ਸਿੰਘ ਜੀ ਸ਼ਾਹਬਾਦ ਹੁੰਦੇ ਨੇ, ਉਹ ਭੇਜ ਰਹੇ ਨੇ ਇੱਥੇ ਰਸਤ ਪਾਣੀ ਜੋ ਵੀ ਲੋੜ ਪੈਂਦੀ ਹੈ। ਅਤੇ ਲੰਗਰ ਇੱਧਰ ਜਲੇਬ ਚੱਲਦੇ ਨੇ ਪਏ, ਉੱਧਰ ਤੰਦੂਰ ਲੱਗੇ ਨੇ, ਬੜੀ ਕਿਰਪਾ ਗੁਰੂ ਸਾਹਿਬ ਦੀ। 26 ਤੋਂ ਬਾਅਦ ਕੁਛ ਟਾਈਮ ਥੋੜ੍ਹਾ ਜਿਹਾ ਵਿੱਚ ਪਿਆ ਸੀ, ਥੋੜ੍ਹਾ ਵਿਘਨ ਜਿਹਾ, ਜਿਹੜੇ ਆਏ ਹਨ ਟਰੈਕਟਰ ਉਹ ਵਾਪਸ ਗਏ ਨੇ। ਇਹਦੇ ਕਰਕੇ ਲੋਕਾਂ ਨੂੰ ਇਹ ਹੋ ਗਿਆ ਸੀ ਖੁਰੇ ਸਾਰੇ ਵਾਪਸ ਟੁਰ ਗਏ ਨੇ, ਕੋਈ ਫਰਕ ਨਹੀਂ ਪਿਆ। ਸੰਗਤ ਪੂਰੀ ਦੀ ਪੂਰੀ ਉਸ ਤਰ੍ਹਾਂ ਹੀ ਫਿਰ ਬੜੀ ਚੜ੍ਹਦੀ ਕਲਾ ਹੁਣ ਮੋਰਚੇ ਦੀ, ਐਸੀ ਕੋਈ ਇਹੋ ਜਿਹੀ ਗੱਲ ਨਹੀਂ, ਬੜੀ ਚੜ੍ਹਦੀ ਕਲਾ ਦਾ ਮੋਰਚਾ ਚੱਲਦਾ ਪਿਆ। ਸੰਗਤ ਜੀ, ਮੈਨੂੰ ਲੱਗਦਾ ਕਿ ਬਾਬਾ ਜੀ ਦੇ ਜਿਹੜੇ ਬਚਨ ਸੁਣ ਕੇ ਉਹ ਤੁਹਾਡੇ ਵੀ ਜਿਹੜੇ ਸ਼ੰਕੇ ਸੀ ਇਸ ਮੋਰਚੇ ਪ੍ਰਤੀ, ਚਿੰਤਾ ਸੀ, ਮੈਂ ਸਮਝਦਾ ਕਿ ਚਿੰਤਾ ਹੋਣੀ ਵੀ ਜ਼ਰੂਰੀ ਹੈ ਆਪਣੇ ਪੰਜਾਬ ਦੇ ਪ੍ਰਤੀ, ਆਪਣੀ ਮਿੱਟੀ ਦੇ ਪ੍ਰਤੀ। ਜ਼ਾਹਿਰ ਜੀ ਗੱਲ ਹੈ ਕਿ ਅਸੀਂ ਚਿੰਤਿਤ ਹੋਵਾਂਗੇ ਜੇ ਸਾਨੂੰ ਕੁਛ ਵੀ
ਕਿਸੇ ਤਰ੍ਹਾਂ ਦੀ ਵੀ ਮਾੜੀ ਸੂਚਨਾ ਨਜ਼ਰ ਆ ਰਹੀ ਹੈ। ਪਰ ਅਸੀਂ ਸਮਝਦੇ ਹਾਂ ਕਿ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਸਾਰਾ ਮੋਰਚਾ ਚੱਲ ਰਿਹਾ ਤੇ ਸੰਗਤ ਵੀ ਉਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਇਸ ਮੋਰਚੇ ਦਾ ਸਾਥ ਦਿੰਦੀ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਸਰਕਾਰ ਦੇ ਮੁੱਢ ਤੋਂ ਹੀ ਇਹ ਦਾਅ ਪੇਚ ਰਹੇ ਨੇ ਕਿ ਕਿਸੇ ਤਰ੍ਹਾਂ ਵਰਗਲਾ ਕੇ, ਅਫਵਾਹਾਂ ਫੈਲਾ ਕੇ, ਗਲਤ ਸੂਚਨਾ ਆਮ ਜਨਤਾ ਤੱਕ ਪਹੁੰਚਾ ਕੇ ਜਾਂ ਡਰਾ ਕੇ ਸੰਗਤ ਨੂੰ ਕਿਸੇ ਵੀ ਮੋਰਚੇ ਤੋਂ ਦੂਰ ਕੀਤਾ ਜਾ ਸਕੇ, ਇਕੱਠ ਨੂੰ ਖੰਡਾਇਆ ਜਾ ਸਕੇ। ਅਸੀਂ ਘਰਾਂ ਦੇ ਵਿੱਚ ਅਕਸਰ ਟੀਵੀ ਦੇ ਉੱਤੇ ਦੇਖਦੇ ਹਾਂ, ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ, ਸਾਡੇ ਦਿਮਾਗ ਦੇ ਵਿੱਚ ਬਿਲਕੁਲ ਨੈਗੇਟਿਵ ਚੀਜ਼ਾਂ ਭਰ ਦਿੱਤੀਆਂ ਜਾਂਦੀਆਂ ਨੇ, ਚਾਹੇ ਉਹ ਡਿਜੀਟਲ ਮੀਡੀਆ ਹੋਵੇ ਤੇ ਚਾਹੇ ਉਹ ਫਿਰ ਕਿਸੇ ਵੀ ਤਰ੍ਹਾਂ ਦੀ ਇੱਕ ਪਰਸਨ ਦੇ ਥਰੂ ਆਪਾਂ ਕੋਈ ਗੱਲ ਸੁਣੀਏ, ਕਿਉਂਕਿ ਸਾਡੇ ਦਿਮਾਗ ਦੇ ਵਿੱਚ ਨੈਗੇਟਿਵਿਟੀ ਭਰ ਦਿੱਤੀ ਜਾਂਦੀ ਹੈ। ਪਰ ਇੱਦਾਂ ਦੀ ਕੋਈ ਗੱਲ ਨਹੀਂ, ਕਿਉਂਕਿ ਜਿਹੜੀ ਸੰਗਤ ਹੈ ਉਹਦਾ ਇੱਥੇ ਜਲੇਬ ਛਕ ਰਹੀ। ਤੁਸੀਂ ਦੇਖ ਸਕਦੇ ਹੋ ਕਿ ਇੰਨੀ ਚੜ੍ਹਦੀ ਕਲਾ ਇੱਥੇ ਵਰਤ ਰਹੀ ਹੈ ਕਿ ਸੰਗਤ ਇੱਥੇ ਜਲੇਬਾਂ ਦਾ ਆਨੰਦ ਮਾਣ ਰਹੀ ਹੈ। ਉੱਥੇ ਆਪਾਂ ਦੇਖ ਸਕਦੇ ਹਾਂ ਕਤਾਰ ਲੱਗੀ ਹੋਈ ਹੈ ਸੰਗਤ ਦੀ, ਕਤਾਰ ਦੇ ਵਿੱਚ ਖੜ੍ਹ ਕੇ ਇਹ ਲੰਗਰ ਪ੍ਰਸ਼ਾਦਿਆਂ ਦਾ ਸੰਗਤ ਆਨੰਦ ਮਾਣ ਰਹੀ। ਪਰ ਜਿਹੜਾ ਸਰਕਾਰ ਦੇ ਵੱਲੋਂ ਜਿਹੜੀਆਂ ਅਫਵਾਹਾਂ ਨੇ ਉਹ ਜਾਰੀ ਨੇ, ਪਰ ਜਿਹੜਾ ਆਪਾਂ ਨਹੀਂ ਡੋਲਣਾ ਸੰਗਤ ਜੀ, ਆਪਾਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ, ਸਕਾਰਾਤਮਕ ਸੋਚਣਾ ਹੈ ਤੇ ਜਿਹੜੇ ਮੋਰਚੇ ਦੇ ਵਿੱਚ ਤੁਹਾਡੇ ਰਿਸ਼ਤੇਦਾਰ ਸੱਜਣ ਮਿੱਤਰ ਮੌਜੂਦ ਨੇ ਉਹਨਾਂ ਨੂੰ ਵੀ ਹੌਸਲਾ ਦੇਣਾ, ਉਹਨਾਂ ਨੂੰ ਵੀ ਹਮੇਸ਼ਾ ਇਨਕਰੇਜ ਕਰਨਾ ਇੱਥੇ ਡਟੇ ਰਹਿਣ ਵਾਸਤੇ। ਸੋ ਸੰਗਤ ਜੀ, ਇਹ ਦ੍ਰਿਸ਼ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਪੁਰਾਤਨ ਸਮਿਆਂ ਤੋਂ ਹੀ ਜਦੋਂ ਕੋਈ ਚੜ੍ਹਦੀ ਕਲਾ ਵਾਲੇ ਮੋਰਚੇ ਵਿੱਢੇ ਜਾਂਦੇ ਆ ਤੇ ਖਾਣੇ ਦੇ ਵਿੱਚ ਜਿਹੜਾ ਮਿੱਠੀ ਕੋਈ ਡਿਸ਼ ਸੰਗਤ ਨੂੰ ਵਰਤਾਈ ਜਾਂਦੀ ਹੈ। ਸੋ ਉਸੇ ਸਾਡੀ ਪਰੰਪਰਾ ਨੂੰ, ਸਾਡੇ ਸੱਭਿਆਚਾਰ ਨੂੰ, ਉਹਨਾਂ ਸਭ ਚੀਜ਼ਾਂ ਨੂੰ ਬਰਕਰਾਰ ਰੱਖਦਿਆਂ ਹੋਇਆਂ ਅੱਜ ਇੱਥੇ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਨੇ, ਇੱਥੇ ਮੈਂ ਸਮਝਦਾ ਕਿ ਗੁਰੂ ਮਹਾਰਾਜ ਚੜ੍ਹਦੀ ਕਲਾ ਵਰਤਾ ਰਹੇ ਆ ਤੇ ਇਹ ਫਿਰ ਜਿਹੜੀਆਂ ਅਫਵਾਹਾਂ ਨੇ ਉਹਨਾਂ ਦਾ ਨਾਸ਼ ਹੋ ਰਿਹਾ, ਨਾਲ ਦੀ ਨਾਲ ਅਫਵਾਹਾਂ ਦਾ ਨਾਸ਼ ਹੋ ਰਿਹਾ ਤੇ ਜਿਹੜੀ ਸੰਗਤ ਹੈ ਉਹ ਆਪ ਮੁਹਾਰੇ ਗੁਰੂ ਮਹਾਰਾਜ ਦੇ ਗੁਣ ਗਾ ਰਹੀ ਹੈ। ਇਸ ਮੋਰਚੇ ਦੀ ਸਫਲਤਾ ਵਾਸਤੇ ਅਰਦਾਸਾਂ ਨੇ ਜਿਹੜੀਆਂ ਉਹ ਆਪ ਮੁਹਾਰੇ ਹੀ ਮੂੰਹ ਦੇ ਵਿੱਚੋਂ ਨਿਕਲ ਰਹੀਆਂ ਨੇ। ਖਾਸ ਕਰਕੇ ਜਿਹੜੀ NRI ਸੰਗਤ ਹੈ ਉਹ ਵੱਡੀ ਚਿੰਤਾ ਦੇ ਵਿੱਚ ਰਹਿੰਦੀ ਹੈ ਕਿ ਮੋਰਚੇ ਦਾ ਕੀ ਹਾਲ ਹੋਵੇਗਾ, ਮੋਰਚਾ ਕਿਸ ਤਰ੍ਹਾਂ ਚੱਲ ਰਿਹਾ ਜੇ ਕਿਉਂਕਿ ਸਾਡੇ ਪਰਸਨਲੀ ਵੀ ਕਈ ਮਿੱਤਰ ਨੇ ਵਿਦੇਸ਼ਾਂ ਦੇ ਵਿੱਚ, ਜਦੋਂ ਕਾਲ ਕਰਦੇ ਆ ਤੇ ਉਹ ਅਕਸਰ ਦੱਸਦੇ ਆ ਕਿ ਕੰਮ ਦੇ ਉੱਤੇ ਵੀ ਦਿਲ ਨਹੀਂ ਲੱਗਦਾ, ਮੋਰਚੇ ਬਾਰੇ ਸੋਚਦੇ ਆ, ਅਰਦਾਸ ਕਰਦੇ ਰਹਿੰਦੇ ਆ। ਜੇ ਸਵੇਰੇ ਉੱਠਦੇ ਆ ਤਾਂ ਵੀ, ਜੇ ਰਾਤ ਨੂੰ ਉਹਨਾਂ ਦਾ ਸੌਣ ਦਾ ਟਾਈਮ ਹੁੰਦਾ, ਜਦੋਂ ਘਰੇ ਜਾਂਦੇ ਆ ਉਹ ਕੰਮ ਤੋਂ, ਤੇ ਉਦੋਂ ਵੀ ਉਹ ਸਾਨੂੰ ਫੋਨ ਲਾਉਂਦੇ ਆ ਜਾਂ ਆਪਣੇ ਹੋਰ ਸਰਕਲ ਦੇ ਵਿੱਚ ਜਿਹੜੇ ਦੋਸਤ ਮਿੱਤਰ ਮੋਰਚੇ ਦੀ ਜਾਣਕਾਰੀ ਰੱਖਦੇ ਉਹਨਾਂ ਨੂੰ ਫੋਨ ਲਾਉਂਦੇ ਆ, ਉਹਨਾਂ ਤੋਂ ਜਾਣਕਾਰੀ ਲੈਂਦੇ ਆ ਕਿ ਮੋਰਚੇ ਦਾ ਕੀ ਹਾਲ ਹੈ, ਮੋਰਚਾ ਕਿਵੇਂ ਚੱਲ ਰਿਹਾ। ਸੋ ਅਸੀਂ ਚਾਹੁੰਦੇ ਹਾਂ ਕਿ ਸਾਕਸ਼ਾਤ ਜਿਹੜੇ ਤੁਹਾਨੂੰ ਦਰਸ਼ਨ ਨੇ ਉਹ ਕਰਵਾਏ ਜਾਣ ਤੇ ਮੈਂ ਚਾਹੁੰਦਾ ਇੱਥੇ ਆਪਾਂ ਇੱਕ ਵਾਰ ਸੰਗਤਾਂ ਨਾਲ ਵੀ ਗੱਲਬਾਤ ਕਰੀਏ, ਸੰਗਤਾਂ ਦੇ ਵਿਚਾਰ ਵੀ ਜਾਣੀਏ। ਸੋ ਭਾਈ ਸਾਹਿਬ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਜਾਣਦੇ ਹਾਂ, ਕਿਉਂਕਿ ਜਿਹੜੀ ਆਮ ਜਨਤਾ ਉਹ ਲੰਮੇ ਸਮੇਂ ਤੋਂ ਡਟੀ ਹੋਈ ਹੈ, ਲੰਮਾ ਕੁਛ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਜਿਹੜੀ ਸਥਿਤੀ ਹੈ ਉਹ ਬਿਲਕੁਲ ਸੇਵ ਹੈ ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ ਜੀ, ਜਿਹੜੀ ਜਾਣਕਾਰੀ ਸਾਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਕਦੋਂ ਤੋਂ ਮੋਰਚੇ ਦੇ ਵਿੱਚ ਪਹੁੰਚੇ ਹੋ? ਪੂਰੇ 2 ਮਹੀਨੇ ਹੋ ਗਏ ਜੀ। 2 ਮਹੀਨੇ ਹੋ ਗਏ। ਹਾਂਜੀ। ਸੋ ਇੱਕ ਚਿੰਤਾ ਜਿਹੜੀ ਸੰਗਤ ਦੇ ਮਨ ਦੇ ਵਿੱਚ ਸੀ 26 ਜਨਵਰੀ ਦੇ ਵਰਤਾਰੇ ਤੋਂ ਬਾਅਦ, ਕੁਛ ਜਿਹੜੀ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਵੀ ਸੰਗਤ ਵਸ ਰਹੀ ਹੈ ਕਿ ਮੋਰਚਾ ਕਮਜ਼ੋਰ ਹੋ ਗਿਆ, ਮੋਰਚੇ ਦੇ ਵਿੱਚ ਸੰਗਤ ਹੈ ਜਿਹੜੀ ਉਹ ਘਟ ਗਈ ਹੈ। ਕਿਉਂਕਿ ਤੁਸੀਂ ਲੰਮੇ ਸਮੇਂ ਤੋਂ ਇੱਥੇ ਹੋ, ਤੁਸੀਂ 26 ਤੋਂ ਬਾਅਦ ਕੀ ਵਰਤਾਰਾ ਹੁਣ ਤੱਕ ਵੇਖਿਆ? ਕਿਉਂਕਿ ਅੱਜ ਜੇ ਅਸੀਂ ਵੇਖਦੇ ਹਾਂ ਸੰਗਤ ਦਾ ਇਕੱਠ ਬਿਲਕੁਲ ਭਰਪੂਰ ਹੈ, ਪਰ ਜਿਹੜਾ ਉਸ ਦੌਰਾਨ 26 ਤੋਂ ਹੁਣ ਦੇ ਵਿਚਕਾਰ ਜਿਹੜਾ ਵਰਤਾਰਾ ਵਰਤਦਾ, ਮੈਂ ਚਾਹੁੰਦਾ ਕਿ ਉਹ ਤੁਸੀਂ ਸੰਗਤ ਨਾਲ ਸਾਂਝਾ ਕਰੋ। ਇਹ ਜੀ ਗੱਲ ਇਹ ਆ ਵੀ ਅਸੀਂ ਇੱਕ ਵਾਰ ਤਾਂ ਟਰੈਕਟਰ ਸਾਡੇ ਵਾਪਸ ਮੁੜ ਗਏ ਤੇ ਉਹ ਜਿਹੜੇ ਪਹਿਲਾਂ ਟਰਾਲੀਆਂ ਆਈਆਂ, ਟਰੈਕਟਰ ਆਏ ਤੇ ਨਾ ਸਾਡੇ 26 ਤਰੀਕ ਵਾਸਤੇ ਆਏ ਤੇ ਉਹ ਵੀ ਖਾਲੀ ਮੁੜ ਗਏ ਤੇ ਜੀ, ਬੰਦੇ ਉਰੀ ਤੇ ਸਾਡੇ। ਹਾਂਜੀ, ਮਤਲਬ 26 ਜਨਵਰੀ ਵਾਸਤੇ ਜਿਹੜੀਆਂ ਟਰਾਲੀਆਂ, ਜਿਹੜੇ ਲੋਕ ਪਹੁੰਚੇ ਸੀ ਪਿੰਡਾਂ ਤੋਂ, ਇਕੱਲੇ ਉਹੀ ਵਾਪਸ ਗਏ, ਜਿਹੜੇ ਪਹਿਲਾਂ ਦੇ ਵੀਰ ਭਰਾ ਸੇਵਾਦਾਰ ਇੱਥੇ ਸੀ ਉਹ ਇੱਥੇ ਹੀ ਨੇ। ਉਹ ਤਾਂ ਉਰੀ ਨੇ ਜੀ ਸਾਰੇ। ਅਸੀਂ ਵੀ ਇਹ ਚੀਜ਼ ਮਹਿਸੂਸ ਕਰ ਰਹੇ ਹਾਂ ਕਿ ਜਿਹੜਾ ਆਮ ਸੰਗਤ ਦਾ ਇਕੱਠ ਹੈ ਉਹ ਪਹਿਲਾਂ ਨਾਲੋਂ ਵਧਿਆ ਹੀ ਹੈ। ਪਹਿਲਾਂ ਤਾਂ ਜੀ ਫਿਰ ਉਹ ਜਿਹੜੇ
ਦੋਏ ਕੰਮ ਲੱਗ ਗਏ ਤੇ ਜੀ ਕਰਨ ਜੀ ਉਹਦੇ ਕਰਕੇ ਜ਼ਿਆਦਾ ਵੱਧ ਗਿਆ ਜੀ ਇਕੱਠ। ਬਿਲਕੁਲ। ਹਾਂਜੀ ਸੋ ਸੰਗਤ ਜੀ ਮੈਂ ਸਮਝਦਾ ਕਿ ਅੰਕਲ ਦੀ ਸਮਾਈਲ ਹੀ ਜਿਹੜੀ ਉਹ ਤੁਹਾਡੇ ਸਾਰੇ ਵਹਿਮ ਸਾਰੀਆਂ ਚਿੰਤਾਵਾਂ ਦੂਰ ਕਰਨ ਲਈ ਕਾਫੀ ਹੈ। ਸੋ ਮੈਂ ਚਾਹੁੰਦਾ ਤੁਸੀਂ ਆਨੰਦ ਮਾਣੋ, ਲੰਗਰ ਹੈ ਜਿਹੜਾ ਉਹ ਆਪਣਾ ਛਕੋ ਤੇ ਸੰਗਤ ਜੀ ਅਗਲੇ ਜਿਹੜੇ ਦ੍ਰਿਸ਼ ਨੇ ਉਹ ਵੀ ਤੁਹਾਨੂੰ ਦਿਖਾਉਂਦੇ ਰਵਾਂਗੇ। संगत जी हरियाणा तो भाई साहब साढ़े नाल मौजूद ने। भाई साहब क्या नाम है आपका जी? ओम प्रकाश सेरा मेरा नाम है। सेरा गांव है जी, पानीपत डिस्ट्रिक्ट है हमारा। सबसे पहले तो मैं जो हमारे को सुन रहे हैं देख रहे हैं उन सब सरदारों को मैं नमस्कार करता हूँ। फिर दोबारा थोड़ा रक्षा जा गड़ा भर गया मेरा। जो ये सरकार है, इस सरकार ने हर आदमी का छोटे से बड़े का सबका गला घोट दिया। तो ये जो कहते हैं भाई वो आदमी तो अब रहे नहीं, सब चले गए। जो अगर चले गए हैं तो इतना लंगर क्यों बन रहा है? जो ये लंगर लग रहा है जितना भी है, ये लंगर इतना कौन खाएगा? इतना कैसे क्यों बढ़ाया जा रहा है? इतने बंदे हैं यहाँ, उससे भी कुछ ज्यादा लोग यहाँ पर पहुंच चुके हैं। अभी उनसे कहीं ज्यादा हैं संख्या में। ये ट्रालियां ये और जाते वाते जो दिखा है, इनसे भी ज्यादा लोग यहाँ आए हुए हैं। ये जितना लंगर चल रहा है, जितना पानी चल रहा है, जितना प्रोग्राम है, हर गांव में पंचायतें होकर के पंचायतों ने पैसे इकट्ठे करे हैं लोगों ने, और पंचायत में इकट्ठे करके पैसे जब अब दोबारा फिर आदमी इतने चलने लगे हैं 2-3 दिन में ही, तो इतने आदमी हो गए यहाँ पहले से कई गुना ज्यादा हो गए। पैर टेकने की जगह नहीं है कहीं से भी। तो इसलिए मैं ज़्यादा नहीं कहते हूँ। मैं एक बात और कहना चाहूँगा, इसलिए मैंने भाई साहब को ये कहा था, भाई ये कहते हैं भाई एक झंडा लहराने से इतना काम कर दिया, उनको मारने पर तुल रहे हैं, उनको गोली मारते हैं, उनका केस दर्ज करते हैं, पूरी कमेटी पर केस दर्ज कर दिया, कितने ट्रैक्टर तोड़ दिए वहाँ हम लोगों के। तो अडवाणी ने जी मस्जिद डुबाई थी, ये अडवाणी अब भी राज में बैठा है, उस पर केस क्यों नहीं करते? लेकिन मैं ये नहीं कहता बूढ़ा आदमी है भाई उसको कहीं भी नहीं रखा है इन्होंने भी, लेकिन फिर भी मैं ये कहता हूँ ये ऐसे 20-30 आदमी हैं जो इन काम किए, उन पर कोई केस नहीं है। हमारे आदमी झंडा लहराया है, उसने कोई गुनाह नहीं किया है, राष्ट्रीय झंडा नहीं उतारा उन्हें, राष्ट्रीय झंडा लगाया है, अपना झंडा किसान का झंडा अगर लहरा भी दिया तो कोई गुनाह नहीं है। और इतना बड़ा गुनाह नहीं है जितना बड़ा ये इन्हें चला दिया। लेकिन इनकी सच्चाई सामने आएगी। बीजेपी के लोग थे, बीजेपी के लोग सामने आ गए, उन्होंने करवाया था, षड्यंत्र के तहत ये काम है था, षड्यंत्र रचा गया। अभी भी और षड्यंत्र रच रहे हैं। कभी बीजेपी के वर्कर आते हैं मारने के लिए, कभी टरोड़े फेंकते हैं। ये लोग डरने वाले नहीं हैं, ये पूरी रात खेत में सोते हैं, ये पानी मारते हैं वाटर कैनल का, जितने ये वाटर मारते हैं इतने में तो हम नहाते हैं। तो ये हमारे को भगाने वाले नहीं है। अब नहीं भागेंगे, वो तो चले गए, तो इनका भगाए में आ गए थे कुछ लोग, और इन्हें जो वो फलाई वो कभी भी इनका मंसूबे पूरे नहीं होंगे जो भी ये सोच रहे। और अब की बार तो तीनों नहीं और कानून भी इनके साथ लगाओगे, कर्जा माफी का लगाओगे। ये 15-15 लाख रुपये इन्हें कहा था हम खाते हम डलवाओगे, 1 करोड़ कहा था भाई नौकरी देंगे युवा को, और भी इतने प्रलोभन ही न देगा ये सरकार ले आए। ये तो सरकार ये समझ रहे इनकी बाप की बापोती है, ये लाल किला ये दिल्ली इनके घर की है, इन्हें मोल ले रखी है, तो ये बेचने पर उतारू है। अब इनको ना बेचने देंगे, बेचने भी नहीं देंगे इनको कोई भी चीज़। अब ये सब चीज़ ट्रेन बेच दी है, माल बेच दी है, सब चीज़ बेच दी है, तो इसलिए इनको भी रोका जाएगा। जितने और कानून इनके साथ लग गए ये इन पे भी हम ये तब तक सारे कानून लागू नहीं होते यहाँ से उठेंगे नहीं। और लेटर में लिखते हैं बात, हम पत्र लिखते थे, पत्र से काम चलाते थे। जैसे नेट बंद कर दिया इन लोगों ने, नेट से कोई हमारा काम नहीं बिगड़ रहा। इन्होंने चलाई थी भाई डिजिटल इंडिया बनाओ, मन की बात कहता है, मन की बात कौन सुनेगा इसकी? नेट बंद कर दिया इन लोगों ने, नेट से काम नहीं चल रहा लोगों का तो काम बिजली से अपने हाथ से करने वाला। खेती किसान ने नेट की जरूरत नहीं है, किसान ने कोई जरूरत नहीं, नेट को बंद रखो, बिल्कुल बंद कर दो। बेशक हम पैसे देते हैं नेट चलाते हैं, कोई मुफ्त थोड़ा, पहले पैसे देते हैं फिर नेट चलता है, तो ये क्यों बंद करते हैं? इन पर केस किया जाएगा। हमारे इतने काम ठप हो गए, पहले तो इन्हें लगा दिया इस काम से वो नेट में चलाओ,
अब कहते हैं अब नट बंद कर देंगे, इनके हाथ में हो गया फिर तो आदमी का, फिर तो गला घोट देंगे ही है। तो इसलिए मैं ज़्यादा ना कहते हो, जैसे पत्थर की बात है बीच में रह गई थी, पत्थर लिखते थे पहले, सब कुछ पत्थर में लिखता था, फिर बाद में कहते थे कि थोड़ी लिखी को ज़्यादा समझना और गलतियों तो माफ़ करना। तो मैं तो इनको ये समझाना चाहता हूँ, ये कभी भी इनके मंसूबे पूरे नहीं होने देंगे। अब एक हो गया सारा देश, पहले तो ये सरदार और जाट को और को देख दो, उसको ये कहते थे एक दो प्रदेश में है, यूपी के है किसान, हरियाणा के हैं उसके, अब सब प्रदेश के पूरा इंडिया एक हो गया है। किसान के उसमें सब पूरा इंडिया एक है, जो किसान के साथ रहेगा वही तीरेगा, वही बचेगा। दुनिया में भी ऐसा, अगर ये गृह युद्ध भी करना चाह रहे हैं ना, फिर भी यही सबसे पहले आएंगे उसमें। गृह युद्ध करना चाहते हैं, गांवों में लड़ाना चाहते हैं, कभी अपने इन प्रोग्राम जमीन को देखकर राजी नहीं है, ये क्यों आते हैं गाँव में? ये लड़ाई लड़ाने के लिए आते हैं लोगों को, ये छोटे बड़े को, अमीर गरीब को, सबको लड़ाने के लिए आते हैं। अब वो कहोगा भाई आने दे, वो कहोगा नहीं आने देते, इसलिए बीच में खाई गिरना सोचते हैं, लड़ाई बजाना चाहते हैं हमारी। तो इसलिए आप ये लड़ाई ना बजावें, इनको परमात्मा सद्बुद्धि देवे और ये ऐसे रहा जा अपना पूरा टाइम करे, ठीक है ना। और कुछ एक मेरी बात मेरी समझ भाई, जैसे अब भाई साहब ने चौधरी देवलाल के पोते ने इस्तीफा दिया, वो कहने लगा मैं भैया विधानसभा से मैं इस्तीफा देता हूँ। इन कांग्रेसियों ने क्या कहा भाई, हम ये तो घोषला है, नाटक कर रहे हैं भाई, नाटक हमारे अगर ये पार्टी वाले कर रहे हैं तो तुम भी दे दो। सारे अगर इस्तीफा दे देंगे तो ये तो इलेक्शन ही नहीं आ जाएगा, फिर प्रजातंत्र कहाँ का रह जाएगा? तो प्रजातंत्र नहीं होगा तब इलेक्शन होगा। तो इसलिए कांग्रेस वालों ने भी सद्बुद्धि देव परमात्मा, जितने MLA हैं, जितने MP हैं, सरकार आगे सबके सब इस्तीफे दे दें, तो अपने आप ही फिर चुनाव हो जाएगा। चुनाव में इनको कौन आने देगा? जो किसान को, मजदूर को, सबको मजबूर जो कर रहे हैं, इनकी कहाँ से सरकार आएगी फिर? तो इसलिए आप लोगों से भी, कुछ प्रेस से भी मेरी विनती है, कोई अच्छी बात सीधी बता करो, दबो ना इससे सरकार से खुल का। जो साहब प्रेस का क्या मतलब है? जो सही बात बतानी, सही कहनी, वही तो काम है। अब सब प्रेस भी बिक गई, फिर प्रेस झूठ बोलती है। उसको जब यहाँ टिकैत जी को गिरफ्तार करने आए, वो कहते हैं आपने ये दिखाना नहीं था, वो तो ये दिखा रहे थे प्रेस वाले ने, तो भाई ये शेर पकड़ लिया, ऐसे ऐसे कर रहे थे, शेर पकड़ लिया। फिर दूसरी तस्वीर दिखा रहे थे भाई, उसके पकड़ने के बाद उसको कमजोर बतावा है, उसका ड्रामा निकाल रहे हैं। वो तो असली तो न्यू आगे एकदम पलट गई दुनिया, एकदम उसके आंसुओं का आंसू दुआई का काम कर गए, एक आंसू का एक समुंदर बन गया। इसलिए लोगों ने 1 मिनट में फिर पलटा खा लिया। 12 बजे से ट्रालियां वापिस हो ली थी, 12 बजे तो उधर गाँव की तरफ जा रही थी। 12 बजे जब उसने वो पकड़ने लगे, रोया मैं यहीं फांसी ले लूँगा, तो उस टाइम जब आंसू आए, उसके बाद सब ट्रालियां फिर वापिस हो ली। अब कितने लोग आ चुके हैं, उससे कहीं ज़्यादा लोग वाले हैं। तो इसलिए इसने भी दिखा दो, इतना जो लंगर लग रहा है ये बगैर आदमी के कैसे लग रहा है? आदमी आए हैं तभी तो लंगर लग रहा है, लंगर कोई डंगर को थोड़ा गिरना है ये, तो इसको आदमी बंदे खाएंगे। तो इसलिए इनको दिखाओ, इन गूंगी बहरी सरकार को, अगर भाई ये ना कितना लंगर बढ़ा है, कितने आदमी आ चुके हैं, सड़क पर पाटे करने जगह नहीं है, वहाँ बालगढ़ तक जा लिया है यहाँ से। और सभी में ऐसे है, टिगरी बॉर्डर पे भी ऐसे है, वहाँ यूपी वाले बॉर्डर पे भी, यहाँ भी ऐसा है। तो थोड़ी लिखी को ज़्यादा समझना और गलती हो तो माफ़ करना। सभी से राम राम। सुनहरा सिंह खरब गांव नारा, सभी भाइयों से राम राम। तो ये कह रहे हैं भाई बॉर्डर खाली करो, बॉर्डर खाली करो, हमारे को जगह दे दो, रामलीला मैदान दे दो, कहीं भी जगह दो बैठने के लिए, एजिटेशन करने के लिए। जब ये सरकार नहीं थी 2014 से पहले, ये भी तो जंतर मंतर पे दाना दे रहे थे, नंगन होकर दे रहे थे। जब कह रहे थे तेल का भाव 30 रुपये करेंगे, स्वामीनाथन आयोग लागू करेंगे, पता नहीं क्या क्या कह रहे थे, जनता बुकाई लगी उनकी। अब जनता बुकाई नहीं लगेगी इनकी, हमारे को जगह दे दो। नहीं वहाँ रामलीला मैदान में जगह दे के सबको, और जलियांवाला बाग बना दो, उसको गोली मारो सबके, सब खत्म हो जाए मामला। ऐसा कर दो, दूसरा जलियांवाला बाग हो जाएगा और इसका नाम भी हो जाएगा, पूरे उस तरह चलेगा टाइगर उसकी तरह, इटली की तरह। तो इसलिए हम तो ये कह रहे हैं कि भाई किसानों की मांग मानने और जल्दी से जल्दी ये मांग मान ले तो बढ़िया रहेगा, नहीं गराई तो छट जाएगा इस देश में। ये हमारी बात है जी। ਵੀਰ ਜੀ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਪਹੁੰਚੇ ਹੋ ਤੁਸੀਂ?
ਮੇਰਾ ਨਾਮ ਗੁਰਵਿੰਦਰ ਸਿੰਘ ਆ, ਪਟਿਆਲੇ ਤੋਂ ਮੈਂ। ਤੇ ਜਿਹੜੇ ਕਿਸਾਨ ਭਰਾਵਾਂ ਨੂੰ ਮੈਂ ਕਹਿਣਾ ਚਾਹੂੰਗਾ ਵੀ ਜਿਹੜੇ ਕਿਸਾਨ ਭਰਾ ਉੱਥੇ ਬਰਗਾੜੀ ਮੈਦਾਨ ਦੇ ਵਿੱਚ ਗਲਤੀ ਨਾਲ ਚਲੇ ਗਏ ਤੇ ਉਹਨਾਂ ਨੂੰ ਹੁਣ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ, ਉਹਨਾਂ ਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕਰੀ ਜਾ ਰਹੀ ਆ। ਤੇ ਇਸ ਕਰਕੇ ਮੈਂ ਸਾਰਿਆਂ ਨੂੰ ਕਹੂੰਗਾ ਸਰਕਾਰ ਨੂੰ ਵੀ ਉਹਨਾਂ ਨੂੰ ਬਾਹਰ ਆਉਣ ਦਿੱਤਾ ਜਾਏ ਤੇ ਇਕੱਠ ਹੋਣਗੀਆਂ 50-100 ਟਰਾਲੀ ਹੋਏਗੀ ਉੱਥੇ। ਹਾਂ, ਤੇ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ। ਬਾਕੀ ਜਿਹੜੇ ਉਰੇ ਕਰ ਰਹੇ ਆ ਸਰਕਾਰ, ਨਾਲੇ ਉਧਰ ਮੋਦੀ ਜੀ ਕਹਿ ਰਹੇ ਆ ਵੀ ਅਸੀਂ ਆਪਣੀ ਗੱਲਬਾਤ ਕਰਾਂਗੇ, ਨਾਲੇ ਇੱਧਰ ਸਰਕਾਰ ਆਪਣੀ ਸਖਤਾਈ ਦਿਖਾ ਰਹੀ ਆ। ਜਿੱਦਾਂ ਦੋਏ ਜਿਹੜਾ ਕੁੰਡਲੀ ਬਾਰਡਰ ਤੇ ਸੰਘੂ ਬਾਰਡਰ ਨੂੰ ਅਲੱਗ ਕਰਨ ਦਾ ਇਹਨਾਂ ਦਾ ਮੋਰਚਾ ਜਿਹੜਾ ਕਰ ਰਹੇ ਨੇ ਇਹ, ਤੇ ਰਾਤ ਤੋਂ ਰਾਤ ਇਹ ਰਾਸਤੇ ਬੰਦ ਕਰਦੇ ਨੇ ਤੇ ਨੌਜਵਾਨਾਂ ਨੂੰ ਚੱਕਦੇ ਨੇ। ਇਸ ਲਈ ਕਹਿਣਾ ਚਾਹੁੰਦਾ ਵੀ ਜਿਹੜੇ ਇਕੱਲੇ ਨੌਜਵਾਨ ਜਾਂਦੇ ਆ ਉਹ ਆਪਣੇ ਧਿਆਨ ਨਾਲ ਜਾਣ ਤੇ ਇਕੱਠ 'ਚ ਜਾਣ ਜਿੱਥੇ ਜਾਣਾ ਉਹਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਸ ਸਮੇਂ ਮਹਾਂਪੁਰਖ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਉਹਨਾਂ ਦੇ ਪੜਾਅ ਦੇ ਉੱਤੇ ਖੜੇ ਆ ਜਿੱਥੇ ਉਹਨਾਂ ਦਾ ਲੰਗਰ ਚੱਲ ਰਿਹਾ ਸਿੰਘੂ ਬਾਰਡਰ ਦੇ ਉੱਤੇ। ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ, ਪਹਿਲਾਂ ਵੀ ਮਹਾਂਪੁਰਖਾਂ ਦੀ ਸਾਂਝ ਤੁਹਾਡੇ ਨਾਲ ਪਵਾਈ ਸੀ ਜਦੋਂ ਪਲਵਲ ਬਾਰਡਰ ਦੇ ਉੱਤੇ ਲੰਗਰ ਚੱਲਦਾ ਸੀ। ਉੱਥੇ ਜਦੋਂ ਤੋਂ ਮੋਰਚਾ ਸ਼ੁਰੂ ਹੋਇਆ ਸੀ ਪਲਵਲ ਬਾਰਡਰ ਤੇ, ਉਦੋਂ ਤੋਂ ਹੀ ਮਹਾਂਪੁਰਖਾਂ ਵੱਲੋਂ ਲੰਗਰ ਸੇਵਾਵਾਂ ਚਲਾਈਆਂ ਜਾਂਦੀਆਂ ਸੀ। ਪਰ ਹੁਣ ਜਿਹੜੀ ਇੱਥੇ ਪ੍ਰਬੰਧ ਕੀਤਾ ਜਾ ਰਿਹਾ ਸਿੰਘੂ ਬਾਰਡਰ ਦੇ ਉੱਤੇ ਪ੍ਰਸ਼ਾਦੇ ਪਾਣੀ ਦਾ, ਉੱਥੋਂ ਜਿਹੜਾ ਪ੍ਰਬੰਧ ਹੈ ਉਹ ਸਾਰਾ ਇੱਥੇ ਲਿਆਂਦਾ ਗਿਆ ਸਿੰਘੂ ਬਾਰਡਰ ਦੇ ਉੱਤੇ। ਤੇ ਬਾਬਾ ਜੀ ਸਾਡੇ ਨਾਲ ਮੌਜੂਦ ਨੇ। ਮੈਂ ਚਾਹੁੰਦਾ ਕਿ ਇਹ ਸੰਗਤ ਨੂੰ ਜਾਣਕਾਰੀ ਦੇਣ ਕਿ ਇੱਥੇ ਜਿਹੜਾ ਲੰਗਰ ਪ੍ਰਸ਼ਾਦਾ ਲਿਆਂਦਾ ਗਿਆ ਕਦੋਂ ਤੋਂ ਲਿਆਂਦਾ ਗਿਆ ਤੇ ਪ੍ਰਬੰਧ ਜਿਹੜਾ ਉੱਥੋਂ ਇੱਥੇ ਲਿਆਉਣ ਦੇ ਵਿੱਚ ਕੀ ਇਹਨਾਂ ਨੂੰ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਸੰਗਤ ਟੀਵੀ ਦੇ ਵੱਲੋਂ ਇਹ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਥੇ ਆ ਕੇ ਪਹੁੰਚ ਕੇ ਮੋਰਚੇ ਤੇ ਹਾਲ ਚਾਲ ਜਾਣਨ ਦੀ ਕੋਸ਼ਿਸ਼ ਕੀਤੀ ਆ ਸੰਗਤਾਂ ਦੀ। ਅਸਲ ਵਿੱਚ ਕੀ ਆ ਕਿ ਪਲਵਲ ਦੇ ਵਿੱਚ ਕਾਫੀ ਜਿਹੜਾ ਇਕੱਠ ਜਿਹੜਾ ਆ ਉਹ 26 ਤਰੀਕ ਤੱਕ ਸੀਗਾ, ਸੰਗਤਾਂ ਸੀਗੀਆਂ। 26 ਤਰੀਕ ਦੀ ਘਟਨਾ ਤੋਂ ਬਾਅਦ ਜਿਹੜੀਆਂ ਸੰਗਤਾਂ ਦਾ ਕਾਫੀ ਜਿਹੜੀਆਂ ਬੈਕ ਮੂਵ ਹੋਇਆ। ਉਸ ਤੋਂ ਉਪਰੰਤ 26 ਤਰੀਕ ਤੋਂ ਪਹਿਲਾਂ ਵੀ ਕਾਫੀ ਵਾਰ ਜਿਹੜੀਆਂ ਉੱਥੋਂ ਦੇ ਲੋਕਲ ਜਿਹੜੇ ਆ ਸਰਕਾਰਾਂ ਜਿਹੜੀਆਂ ਆ ਉਹਨਾਂ ਨੇ ਲੋਕਲ ਲੋਕਾਂ ਤੋਂ ਪਥਰਾਵ ਵਗੈਰਾ ਕਰਾਉਣ ਦਾ ਹੋਰ ਕਈ ਐਸੀਆਂ ਘਟਨਾਵਾਂ ਕਰਾਈਆਂ ਜਿਨ੍ਹਾਂ ਦੇ ਨਾਲ ਉੱਥੇ ਬੈਠੇ ਮੋਰਚੇ ਦੇ ਵਿੱਚ ਕਾਫੀ ਬਜ਼ੁਰਗ ਆ ਜਾਂ ਬੱਚੇ ਆ ਉਹਨਾਂ ਨੂੰ ਸੇਫ ਉਹਨਾਂ ਨੇ ਬੈਕ ਆਪਣੇ ਪਿੰਡਾਂ ਦੇ ਵਿੱਚ ਮੂਵ ਕੀਤਾ ਜਾਂ ਕੁਛ ਸਿੰਘੂ ਮੋਰਚੇ ਸਮੂਲਿਤ ਕੀਤੀ। ਉਸ ਤੋਂ ਉਪਰੰਤ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਇੱਥੇ ਉਹਨਾਂ ਦੇ ਵਿੱਚੋਂ ਸ਼ਿਵ ਕੁਮਾਰ ਕੱਕਾ ਜਿਹੜੇ MP ਦੇ ਨੇ ਉਸ ਮੋਰਚੇ ਦੀ ਜਿਹੜੀ ਅਗਵਾਈ ਕਰ ਰਹੇ ਸੀ, ਉਹਨਾਂ ਨੇ ਕਿਸਾਨ ਆਗੂਆਂ ਦੇ ਨਾਲ ਕੁਛ ਵਿਚਾਰ ਵਿਮਰਸ਼ ਤੋਂ ਬਾਅਦ ਜਿਹੜੀ ਆ ਉਹ ਪਲਵਲ ਮੋਰਚੇ ਦੀ ਸਮੂਲੀਅਤ ਜਿਹੜੀ ਆ ਉਹ ਇੱਥੇ ਸਿੰਘੂ ਬਾਰਡਰ ਦੇ ਵਿੱਚ ਕਰਾ ਦਿੱਤੀ। ਕੁਝ ਸੰਗਤਾਂ ਵਾਪਸ ਮੂਵ ਹੋਈਆਂ, ਬਾਕੀ ਕੁਝ ਸੰਗਤਾਂ ਜਿਹੜੀਆਂ ਆ ਇੱਥੇ ਜਿਹੜੀਆਂ ਉਹ ਮੂਵ ਹੋਈਆਂ ਆ। ਤੇ ਉਹ ਕਿਉਂਕਿ ਸੰਗਤਾਂ ਅਗਰ ਉੱਥੇ ਬੈਠਦੀਆਂ ਮੋਰਚਾ ਲਾਉਂਦੀਆਂ ਤਾਂ ਉਹਨਾਂ ਚਿਰ ਜਿਹੜਾ ਉਹ ਲੰਗਰ ਚੱਲਦਾ ਰਿਹਾ। ਜਦੋਂ ਸੰਗਤਾਂ ਨੇ ਸਮੂਲੀਅਤ ਜਿਹੜੀ ਆ ਸਿੰਘੂ ਮੋਰਚੇ ਵੱਲ ਜਾਂ ਦੂਸਰੇ ਮੋਰਚੇ ਵੱਲ ਆਪਣੀ ਗਿਣਤੀ ਵਧਾਈ ਤਾਂ ਇਹ ਜਿਹੜਾ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਬਾਬਾ ਸੇਵਾ ਸਿੰਘ ਜੀ ਦੀ ਰਹਿਨਮਾਈ ਹੇਠ ਗੁਰਦੁਆਰਾ ਦਾਤਾਬੰਦੀ ਛੁੜ ਕਿਲ੍ਹਾ ਗਵਾਲੀਅਰ ਦੀ ਰਹਿਨਮਾਈ ਹੇਠ ਜਿਹੜੇ ਪਲਵਲ ਲੰਗਰ ਚੱਲ ਰਹੇ ਸੀ ਉਸ ਨੂੰ ਫਿਰ ਰਾਤੋਂ ਰਾਤ ਇੱਥੇ ਜਿਹੜਾ ਆ ਉਹ ਸ਼ਿਫਟ ਕੀਤਾ ਗਿਆ। 2 ਦਿਨ ਤੋਂ ਇੱਥੇ ਜਿਹੜੀ ਆ ਕਿਉਂਕਿ ਜਿਹੜਾ ਉਹ ਵਿਚਲਾ ਰਾਹ ਸੰਯੁਕਤ ਮੋਰਚੇ ਦੇ ਤੇ ਇੱਧਰਲਾ ਉਹ ਬੰਦ ਕਰ ਦਿੱਤਾ ਗਿਆ ਸੀ ਤੇ ਇੱਥੇ ਸੰਗਤਾਂ ਦੀ 27 ਤਰੀਕ ਤੋਂ ਬਾਅਦ ਜਿਹੜੀ ਆ ਘਟਨਾ ਤੋਂ ਉਪਰੰਤ ਜਿਹੜੀ ਆ ਬਹੁਤ ਵੱਡੇ ਲੈਵਲ ਤੇ ਜਿਹੜੀ ਸੰਗਤ ਜਿਹੜੀ ਆ ਉਹ ਕਿਉਂਕਿ ਸੰਗਤਾਂ ਤੇ ਇੱਥੇ ਲੰਗਰਾਂ ਦੇ ਉੱਤੇ ਪਥਰਾਵ ਕੀਤੇ ਗਏ, ਹੋਰ ਐਸੀਆਂ ਛੋਟੀਆਂ-ਮੋਟੀਆਂ ਘਟਨਾਵਾਂ ਹੋਈਆਂ ਸੋਸ਼ਲ ਮੀਡੀਆ ਤੇ ਆਪ ਸਭ ਨੇ ਜਿਵੇਂ ਦੇਖਿਆ। ਤਾਂ ਫਿਰ ਇੱਥੇ ਜਿਹੜੀਆਂ ਸੰਗਤਾਂ ਦੀ ਆਮਦ ਬਹੁਤ ਜ਼ਿਆਦਾ ਵੱਧ ਚੁੱਕੀ ਸੀ। ਹਾਲਾਂਕਿ ਹੋਰ ਵੀ ਮਹਾਂਪੁਰਸ਼ਾਂ ਦੇ ਇੱਥੇ ਲੰਗਰ ਲੱਗੇ ਆ ਪਰ ਲੰਗਰ ਦੀ ਜਿਹੜੀ ਘਾਟ ਮਹਿਸੂਸ ਹੋ ਰਹੀ ਸੀ, ਪਾਣੀ ਦੀ ਜਿਹੜੀ ਘਾਟ ਮਹਿਸੂਸ ਹੋ ਰਹੀ ਸੀ। ਤਾਂ ਬਾਬਾ ਸੇਵਾ ਸਿੰਘ ਦੀ ਅਗਵਾਈ ਦੇ ਵਿੱਚ ਪਾਣੀ ਦੇ ਪ੍ਰਬੰਧਾਂ ਵਾਸਤੇ ਵੱਡੇ ਟੈਂਕਰਾਂ ਦੇ ਪ੍ਰਬੰਧ ਕੀਤੇ ਗਏ ਤੇ ਲੰਗਰਾਂ ਵਾਸਤੇ ਮਸ਼ੀਨਾਂ ਜਿਹੜੀਆਂ ਉਹ ਲਿਆ ਕੇ ਆਟੋਮੈਟਿਕ ਇੱਥੇ ਲਾਉਣੀਆਂ ਪਈਆਂ ਤੇ ਹੁਣ ਜਿਹੜਾ ਇਹ ਲੰਗਰ ਨਿਰੰਤਰ 2-3 ਦਿਨ ਤੋਂ ਲਗਾਤਾਰ ਚੱਲ ਰਿਹਾ ਆ। ਔਰ ਇਹ ਆਸ ਰੱਖਦੇ ਹਾਂ ਕਿ ਕਾਰ ਸੇਵਾ ਖਡੂਰ ਸਾਹਿਬ ਸੰਪਰਦਾ ਹਮੇਸ਼ਾ ਹੀ ਕਿਸਾਨਾਂ ਦੇ ਨਾਲ 4-5 ਮਹੀਨਿਆਂ ਤੋਂ ਚੱਲਦੀ ਆ ਰਹੀ ਹੈ। ਪੰਜਾਬ ਦੇ ਵਿੱਚ ਵੀ ਕਿਸਾਨਾਂ ਨੇ ਮੋਰਚੇ ਲਗਾਏ ਤੇ ਉੱਥੇ ਵੀ ਲੰਗਰ ਚੱਲ ਰਹੇ ਸੀਗੇ, ਹੁਣ ਵੀ ਚੱਲ ਰਹੇ ਆ। ਤਾਂ ਇੱਥੇ ਵੀ ਜਿੰਨਾ ਚਿਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਅਸੀਂ ਆਸ ਕਰਦੇ ਹਾਂ ਕਿ ਇੱਥੇ ਲਗਾਤਾਰ ਕੰਟੀਨਿਊ ਜਿਹੜੇ ਉਹ ਲੰਗਰਾਂ ਦੀ ਸੇਵਾ ਨਿਭਾਉਂਦੇ ਰਹੀਏ। ਬਾਬਾ ਜੀ, ਇੱਕ ਜਾਣਕਾਰੀ ਜਿਹੜੀ ਰਾਤ ਇੱਥੇ ਪੁਲਿਸ ਵਾਲਿਆਂ ਵੱਲੋਂ ਜਿਹੜਾ ਕੀਤਾ ਗਿਆ ਹੈ ਹੁੱਲੜਬਾਜੀ ਉਹਨੂੰ ਆਪਾਂ ਕਹਿ ਸਕਦੇ ਕਿਉਂਕਿ ਅਕਸਰ ਇਹ ਕਹਿੰਦੇ ਆ ਕਿ ਪ੍ਰਦਰਸ਼ਨਕਾਰੀ ਹੁੱਲੜਬਾਜੀ ਕਰਦੇ ਆ, ਪਰ ਇਸ ਸਮੇਂ ਜਿਹੜੀ ਪੁਲਿਸ ਵਾਲੇ ਆ ਜਿਹੜਾ ਪ੍ਰਸ਼ਾਸਨ ਹੈ ਉਹ ਹੁੱਲੜਬਾਜੀ ਕਰ ਰਿਹਾ। ਮੈਂ ਸਮਝਦਾ ਕਿ ਉਹਦੇ ਬਾਰੇ ਜਿਹੜੇ ਬਚਨ ਸੰਗਤ ਨਾਲ ਸਾਂਝੇ ਕਰੋ। ਉਹ ਅਸਲ ਦੇ ਵਿੱਚ ਜਿਹੜੀ ਆ ਉਹ ਸਰਕਾਰ ਬਖਲਾ ਗਈ ਆ ਤੇ ਸਰਕਾਰ ਨੇ ਇਸ ਅੰਦੋਲਨ ਨੂੰ ਡੈਮੇਜ ਕਰਨ ਵਾਸਤੇ ਬਹੁਤ ਵੱਡੇ ਹੱਥਕੰਡੇ ਜਿਹੜੇ ਅਪਣਾਏ ਆ ਤੇ ਇਹ ਲਾਸਟ ਜਿਹੜਾ ਵਾਰ ਇਹੀ ਸੀਗਾ ਕਿ ਉਹਨਾਂ ਨੇ ਲੋਕਲ ਜਿਹੜੇ ਆ ਲੋਕ ਜਿਹੜੇ BJP ਦੇ ਸਮਰਥਕ ਜਾਂ BJP ਦੇ ਬੰਦੇ ਜਾਂ RSS ਦੇ ਜਾਂ ਉਹ ਜਿਹੜੇ ਇਹੋ ਜਿਹੇ ਜਿਹੜੇ ਸ਼ਾਂਤਮਈ ਸੰਘਰਸ਼ ਨੂੰ ਡੈਮੇਜ ਕਰਨਾ ਚਾਹੁੰਦੇ ਆ ਉਹਨਾਂ ਨੇ ਮਤਲਬ ਪ੍ਰਸ਼ਾਸਨ ਦਾ ਸਹਿਯੋਗ ਲੈ ਕੇ
ਕਿਉਂਕਿ ਜੇ ਉਹ ਸਿੱਧੇ ਆਉਂਦੇ ਆ ਤੇ ਉਹਨਾਂ ਨੂੰ ਪਤਾ ਵੀ ਸਾਡਾ ਜਿਹੜਾ ਟਕਰਾਅ ਹੋਊਗਾ। ਹਾਲਾਂਕਿ ਕਿਸਾਨਾਂ ਦਾ ਮਕਸਦ ਕਿਸੇ ਵੀ ਪ੍ਰਕਾਰ ਦੀ ਕੋਈ ਹਿੰਸਾ ਭੜਕਾਉਣਾ ਨਹੀਂ, ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਲਗਭਗ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਅੰਦੋਲਨ ਚੱਲ ਰਿਹਾ ਆ। ਤਾਂ ਔਰ ਦੂਸਰੀ ਗੱਲ ਨੂੰ ਲੈ ਕੇ ਜਿਹੜੇ ਉਹ ਪ੍ਰਦਰਸ਼ਨਕਾਰੀ ਜਿਹੜੇ ਆਏ ਸੀਗੇ ਇੱਥੇ ਆ ਕੇ ਮਤਲਬ ਕਿਸਾਨਾਂ ਦੇ ਉੱਤੇ ਉਹਨਾਂ ਨੇ ਹਮਲਾ ਬੋਲਿਆ। ਕਿਸਾਨ ਸੰਗਤ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਪ੍ਰੋਟੈਸਟ ਕਰ ਰਹੀ ਸੀ, ਕੋਈ ਨਾਮ ਜਪ ਰਿਹਾ ਸੀ, ਕੋਈ ਆਪਣੇ ਸਟੇਜ ਦੇ ਉੱਤੇ ਬੈਠ ਕੇ ਆਪਣੇ ਜਿਹੜੇ ਸਟੇਜ ਦੇ ਬੁਲਾਰਿਆਂ ਨੂੰ ਸੁਣ ਰਿਹਾ ਸੀ। ਤਾਂ ਜਿਹੜੇ ਉਹ ਗੁੰਡੇ ਬਦਮਾਸ਼ ਜਿਹੜੇ ਉਹ ਆਏ ਆ ਉਹਨਾਂ ਨੇ ਮਤਲਬ ਪੱਥਰ ਜਿਹੜੇ ਆ ਉਹ ਸਿੱਟੇ ਗਏ ਸੰਗਤ ਦੇ ਉੱਤੇ, ਜਿੱਥੇ ਕਿ ਕਾਫੀ ਸੰਗਤਾਂ ਦੇ ਥੋੜ੍ਹੀਆਂ ਬਹੁਤੀਆਂ ਚੋਟਾਂ ਵੀ ਆਈਆਂ। ਹਾਲਾਂਕਿ ਸੰਗਤਾਂ ਨੇ ਇੱਧਰੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਤਾਂ ਪੁਲਿਸ ਪ੍ਰਸ਼ਾਸਨ ਜਿਹੜਾ ਉਹਨਾਂ ਨੂੰ ਬੜੇ ਸੰਯੋਜਿਤ ਤਰੀਕੇ ਦੇ ਨਾਲ ਉਹਨਾਂ ਨੂੰ ਕਵਰ ਕਰਕੇ ਲੈ ਕੇ ਆਇਆ, ਕਿਉਂਕਿ ਜਿੰਨੇ ਉਹ ਪ੍ਰਦਰਸ਼ਨਕਾਰੀ ਇੱਥੇ ਆਏ ਉਨੀ ਹੀ ਪੁਲਿਸ ਉਹਨਾਂ ਨੂੰ ਕਵਰ ਕਰਕੇ ਲੈ ਕੇ ਆ ਰਹੀ ਸੀਗੀ। ਤਾਂ ਉਹ ਇੱਕ ਚਿੰਤਾ ਦਾ ਵਿਸ਼ਾ ਸੀ ਕਿ ਮਤਲਬ ਕਿਸੇ ਦਾ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਸਭ ਚੜ੍ਹਦੀ ਕਲਾ 'ਚ ਮੋਰਚੇ ਨੂੰ ਹੋਰ ਵੀ ਵੱਧ ਜਿਹੜੀ ਆ ਉਹ ਇਹ ਸੁਨੇਹਾ ਜਦੋਂ ਸੋਸ਼ਲ ਮੀਡੀਆ ਤੇ ਗਿਆ, ਦੁਨੀਆ ਨੇ ਵੇਖਿਆ ਵੀ ਸਰਕਾਰ ਕਿੰਨੇ ਗਿਰੇ ਹੋਏ ਕੰਮ ਕਰ ਰਹੀ ਆ ਤੇ ਕਿੱਡੇ ਸੰਯੋਜਿਤ ਤਰੀਕੇ ਨਾਲ ਇਸ ਅੰਦੋਲਨ ਨੂੰ ਡੈਮੇਜ ਕਰਨ ਵਾਸਤੇ ਇਹ ਕਾਰਜ ਕਰ ਰਹੀ ਆ। ਤਾਂ ਫਿਰ ਸੰਗਤਾਂ ਦਾ ਹੜ੍ਹ ਆ ਗਿਆ ਆ ਤੇ ਇੱਥੇ ਹੁਣ ਬਹੁਤ ਵੱਡੀ ਸਿੰਘੂ ਮੋਰ ਦੇ ਵਿੱਚ ਸੰਗਤਾਂ ਦੀ ਸ਼ਮੂਲੀਅਤ ਹੋਊਗੀ। ਹਰਿਆਣਾ ਤੇ ਪੰਜਾਬ ਬਹੁਤ ਵੱਡੇ ਪੱਧਰ ਤੇ ਪਹੁੰਚ ਰਿਹਾ ਆ। ਬਾਕੀ ਸਾਰੇ ਠੀਕ ਆ, ਛੋਟੀਆਂ ਮੋਟੀਆਂ ਘਟਨਾ ਇਸ ਤਰ੍ਹਾਂ ਹੁੰਦੀਆਂ ਰਹਿੰਦੀਆਂ, ਇਸ ਦਾ ਅੰਦੋਲਨ ਤੇ ਕੋਈ ਢਾਹ ਨਹੀਂ ਲੱਗੇਗੀ। ਬਾਬਾ ਜੀ ਕਾਰ ਸੇਵਾ ਦੀਆਂ ਸੇਵਾਵਾਂ ਬਾਰੇ ਸਭ ਸੰਗਤਾਂ ਜਾਣਦੀਆਂ ਹੀ ਨੇ। ਜਿਹੜਾ ਖਾਸ ਕਰਕੇ ਲੰਗਰਾਂ ਦੇ ਪ੍ਰਬੰਧ ਮੋਰਚਿਆਂ ਦੇ ਉੱਤੇ ਕਰਨੇ ਬੜੀ ਵੱਡੀ ਇੱਕ ਬੜਾ ਵੱਡਾ ਪ੍ਰਬੰਧ ਹੁੰਦਾ। ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਇਹ ਤੁਸੀਂ ਕਹਿ ਰਹੇ ਹੋ ਕਿ ਪਿਛਲੇ 1-2 ਦਿਨ ਤੋਂ ਇੱਥੇ ਪਹੁੰਚੇ, ਪਰ ਹਾਲੇ ਵੀ ਜਿਹੜਾ ਕੰਮ ਹੈ ਜਿਹੜੀ ਕਾਰਗੁਜ਼ਾਰੀ ਉਹ ਹਾਲੇ ਵੀ ਚੱਲ ਰਹੀ ਹੈ। ਸੋ ਕਿ ਤੁਹਾਨੂੰ ਕੋਈ ਫਿਰ ਮੁਸ਼ਕਿਲਾਂ ਵੀ ਆਉਂਦੀਆਂ ਹੋਣਗੀਆਂ ਲੰਗਰ ਜਦੋਂ ਇੱਧਰ ਤੋਂ ਉੱਧਰ ਮੂਵ ਕਰਨਾ ਪੈਂਦਾ, ਕਿਉਂਕਿ ਬਰਤਨ ਬਹੁਤ ਸਾਰੇ ਹੋ ਜਾਂਦੇ, ਅਨਾਜ ਹੋ ਜਾਂਦਾ ਹੈ। ਉੱਥੇ ਵੀ ਅਸੀਂ ਜਦੋਂ ਸੰਗਤਾਂ ਨੂੰ ਦਰਸ਼ਨ ਕਰਵਾਏ ਸੀ, ਸਬਜ਼ੀਆਂ, ਅਨਾਜ, ਦਾਲਾਂ ਬੜੀ ਵੱਡੀ ਮਾਤਰਾ ਦੇ ਵਿੱਚ ਪਈਆਂ ਸੀ। ਸੋ ਕਿਸ ਤਰ੍ਹਾਂ ਦੀਆਂ ਫਿਰ ਕਈ ਵਾਰ ਕੋਈ ਮੁਸ਼ਕਿਲਾਂ ਦਾ ਸਾਹਮਣਾ ਆਉਂਦਾ ਜਾਂ ਕੋਈ ਪ੍ਰਸ਼ਾਸਨ ਵੱਲੋਂ ਕੋਈ ਰੋਕ ਟੋਕ ਕੀਤੀ ਜਾਂਦੀ ਹੋਵੇ, ਕੁਛ ਇੱਦਾਂ ਦਾ ਹੁੰਦਾ ਜੀ? ਨਹੀਂ, ਹਾਲਾਂਕਿ ਉੱਥੋਂ ਆਉਣ ਲੱਗੇ ਇੱਥੇ ਤੱਕ ਪ੍ਰਸ਼ਾਸਨ ਨੇ ਕੋਈ ਰੋਕ ਟੋਕ ਤਾਂ ਨਹੀਂ ਕੀਤੀ, ਪਰ ਕਾਫੀ ਮੁਸ਼ਕਿਲਾਂ ਜਿਹੜੀਆਂ ਆਉਂਦੀਆਂ, ਕਿਉਂਕਿ ਇੱਕੋ ਦਮ ਇਸ ਚੀਜ਼ ਨੂੰ ਸਮੇਟਣ ਵਾਸਤੇ ਸਾਨੂੰ ਘੱਟ ਤੋਂ ਘੱਟ 10-12 ਟਰੱਕਾਂ ਦੀ ਲੋੜ ਸੀ, ਗੱਡੀਆਂ ਦੀ ਲੋੜ ਸੀ। ਆਪ ਜੀ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਗੱਡੀਆਂ ਤੇ ਜਨਰੇਟਰ ਜਿਹੜੇ ਲੋਡ ਕੀਤੇ, ਮਸ਼ੀਨਾਂ ਨੂੰ ਖੋਲ੍ਹ ਕੇ ਦੁਬਾਰਾ ਗੱਡੀਆਂ ਦੇ ਵਿੱਚ ਲੋਡ ਕੀਤਾ, ਫਿਰ ਅਨਲੋਡ ਕੀਤਾ। ਤਾਂ ਉਹ 2-3 ਦਿਨ ਸਾਰੇ ਲੰਗਰਾਂ ਦੇ ਸੈਟਅਪ ਕਰਨ ਵਾਸਤੇ ਲੱਗੇ। ਇੱਥੇ ਜਦੋਂ ਆਏ ਤਾਂ ਇੱਥੇ ਪਾਣੀ ਦੀ ਵੱਡੀ ਸਮੱਸਿਆ ਸੀ, ਉਹਦੇ ਲਈ ਵੱਡੇ ਟੈਂਕਰਾਂ ਦਾ ਪ੍ਰਬੰਧ ਖਡੂਰ ਸਾਹਿਬ ਤੋਂ ਲੈ ਕੇ ਕਰਨਾ ਪਿਆ। ਹੋਰ ਇੱਥੇ ਜਿਹੜਾ ਬਰਸਾਤੀ ਪਾਣੀ ਸੀਗਾ ਜਾਂ ਜਿਹੜੇ ਇੱਥੇ ਗਟਰਾਂ ਦਾ ਪਾਣੀ ਸੀਗਾ ਜਿਹੜਾ ਗੰਦਗੀ ਦਾ, ਉਹਦੀ ਬੜੀ ਸਮੱਸਿਆ ਸੀ। ਉਹ ਵੀ ਫਿਰ ਰਾਤੋਂ ਰਾਤ ਇੱਥੇ ਆ ਕੇ ਪਾਣੀ ਦੀਆਂ ਮੋਟਰਾਂ ਜਿਹੜੀਆਂ ਲਾ ਕੇ ਸਬਮਰਸੀਬਲ ਉਹ ਪਾਣੀ ਨੂੰ ਜਿਹੜਾ ਇੱਥੋਂ ਹਟਾਇਆ ਗਿਆ, ਤਾਂ ਕਿ ਸਾਫ਼ ਸਫਾਈ ਜਿਹੜੀ ਲੰਗਰ ਦੇ ਵਿੱਚ ਬਹੁਤ ਜ਼ਰੂਰੀ ਆ, ਤਾਂ ਕਿ ਸਾਡੇ ਜਿਹੜੇ ਵੀਰ ਭਰਾ ਕਿਸਾਨ ਜਿਹੜੇ ਇੱਥੇ ਅੰਦੋਲਨ ਕਰ ਰਹੇ ਆ ਉਹ ਜਾਨੀ ਮਾਲ ਤੋਂ ਸੁਰੱਖਿਅਤ ਰਹਿਣ, ਕਿਸੇ ਵੀ ਪ੍ਰਕਾਰ ਦੀ ਕੋਈ ਬਿਮਾਰੀ ਜਿਹੜੀ ਆ ਉਹਨਾਂ ਨੂੰ ਨਾ ਹੋ ਸਕੇ। ਇਸ ਕਰਕੇ ਸਫਾਈ ਦਾ ਜਿਹੜਾ ਬਹੁਤ ਧਿਆਨ ਰੱਖਣਾ ਪੈਂਦਾ, ਔਰ ਲੰਗਰ ਜਿੱਥੇ ਲਾਇਆ ਜਾਂਦਾ ਸਭ ਤੋਂ ਪਹਿਲਾਂ ਸਫਾਈ ਦਾ, ਪਾਣੀ ਦਾ, ਨਿਕਾਸੀ ਦਾ, ਇਹ ਸਾਰੀਆਂ ਚੀਜ਼ਾਂ ਬੜੀਆਂ ਜਿਹੜੀਆਂ ਜ਼ਰੂਰੀ ਹੁੰਦੀਆਂ ਆ। ਸੋ ਗੁਰੂ ਸਾਹਿਬ ਦੀ ਕਿਰਪਾ ਨਾਲ 2-3 ਦਿਨਾਂ ਦੇ ਵਿੱਚ ਇੱਥੇ ਸੈਟਅਪ ਹੋ ਗਿਆ। ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਸ਼ਮੂਲੀਅਤ ਕਰ ਰਹੀ ਹੈ ਗੁਰੂ ਕੇ ਲੰਗਰਾਂ ਦੇ ਵਿੱਚ, ਔਰ ਜਿੰਨਾ ਚਿਰ ਇਹ ਅੰਦੋਲਨ ਜਿਹੜਾ ਜਾਰੀ ਰਹੇਗਾ ਆਪਣੇ ਹੱਕਾਂ ਦੀ ਲੜਾਈ ਲਈ, ਉਹਨਾਂ ਚਿਰ ਕਾਰ ਸੇਵਾ ਖਡੂਰ ਸਾਹਿਬ ਬਾਬਾ ਸੇਵਾ ਸਿੰਘ ਦੀ ਅਗਵਾਈ ਦੇ ਵਿੱਚ ਇਸੇ ਤਰ੍ਹਾਂ ਲੰਗਰ ਜਿਹੜੇ ਉਹ ਚੱਲਦੇ ਰਹਿਣਗੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਨਾ ਚੁਕਾਉਣ ਦੀ ਕਾਰਵਾਈ ਮੁਕੰਮਲ ਹੋਣ ਵਾਲੀ ਸੀ, ਪਰ ਦੁਬਾਰਾ ਫੇਰ ਜੋ ਲੋਕਾਂ ਨੇ ਦਬਾਅ ਬਣਾਇਆ ਆਪਣੇ ਆਗੂਆਂ ਦੇ ਉੱਤੇ, ਉਹਨਾਂ ਨੂੰ ਦੁਬਾਰਾ ਧਰਨਾ ਲਾਉਣਾ ਪੈ ਗਿਆ। ਫਿਰ ਕੇਸ ਸ਼ਿਕਾਇਤ ਆ ਜੋ ਦੁਬਾਰਾ ਹੌਸਲਾ ਫੜ ਕੇ ਬਹਿ ਗਿਆ, ਫਿਰ ਆਪਣੀ ਜ਼ਿੰਮੇਵਾਰੀ ਦੇਣ ਤੋਂ ਨਾ ਕਰਤੀ। ਜੋ ਉੱਥੇ ਰਾਤੋਂ ਰਾਤ ਲੱਖਾਂ ਦਾ ਇਕੱਠ ਹੋ ਗਿਆ, ਮੇਰੇ ਕੋਲ ਲੱਖਾਂ ਦਾ ਇਕੱਠ ਹੋ ਗਿਆ। ਉਹਦੀ ਇੱਕ ਵਾਰ ਤੇ ਸਾਰੀ ਯੂਪੀ ਉੱਡ ਕੇ ਆ ਗਈ, ਸਾਰੀ ਯੂਪੀ ਦੇ ਯਾਦ ਉੱਡ ਗਿਆ, ਕਿ ਖਾ ਪੰਚਾਇਤਾਂ ਉੱਡ ਕੇ ਆ ਗਈਆਂ। ਇਸ ਵੇਲੇ ਉਹ ਸਭ ਤੋਂ ਵੱਧ ਚੜ੍ਹਦੀ ਕਲਾ ਦਾ ਮੋਰਚਾ ਗਾਜੀਪੁਰ ਵਾਲਾ, ਉਹ ਚ ਆਪਣੇ ਪੰਜਾਬੀ ਭਰਾ ਜਿਹੜੇ ਯੂਪੀ ਚ ਰਹਿੰਦੇ ਆ, ਤਰਾਈ ਚ ਰਹਿੰਦੇ ਆ, ਸਾਰੇ ਜ਼ਿਲ੍ਹੇ ਚ ਰਹਿੰਦੇ ਆ, ਬਹੁਤ ਵੱਡੀ ਗਿਣਤੀ ਬੈਠੇ ਆ। ਮੈਂ ਆਪ ਬੋਲ ਕੇ ਆਇਆ ਉੱਥੇ, ਬਹੁਤ ਵੱਡੀ ਗਿਣਤੀ ਬੈਠੇ ਆ। ਬਹੁਤ ਸਾਡੇ ਕਾਰਜਕਾਰਾਂ ਵਾਲੇ ਕਾਰਜੋਗ ਬਾਬਾ ਜੀ ਹੋਣਾ ਨੇ ਬੜੇ ਉੱਥੇ ਲੰਗਰ ਚੱਲ ਰਹੇ, ਜਿਸ ਤਰ੍ਹਾਂ ਇੱਥੇ ਚੱਲ ਰਹੇ ਉਸ ਤਰ੍ਹਾਂ ਉੱਥੇ ਚੱਲ ਰਿਹਾ। ਥਾਂ ਦੇ ਤੋਂ ਮੋਦੀ ਸਰਕਾਰ ਨੂੰ ਭਾਜਣਾ ਪਈਆਂ ਮੂੰਹ ਦੀ ਖਾਣੀ ਪਈ ਆ। ਇਸ ਤਰ੍ਹਾਂ ਟਿੱਕਰੀ ਹਮਲਾ ਕੀਤਾ, ਪਰਵਰ ਕੀਤਾ ਤੇ ਆਪਣੇ ਨੇ ਜੇ ਕੀਤਾ ਉੱਥੇ ਜਾਣਦੇ
ਆਪਣੇ ਜਿਹੜੇ ਦੁਆਏ ਲਗਾਤਾਰ ਉਹ ਆਪਣੇ ਲੱਗੇ ਹੋਏ ਆ ਆਪਣੀਆਂ ਘਰੋਂ ਦਿੱਤਾਂ ਤੋਂ ਬਾਹਰ ਨਹੀਂ ਆ ਰਹੇ। ਇਹ ਆ ਮੋਦੀ ਦਾ ਚਿਹਰਾ, ਪਰ ਕਿਤੇ ਕੋਈ ਦਾਗ ਨਹੀਂ ਗਈ। जनता ने, हरियाणा की जनता ने, यूपी की जनता ने, राजस्थान की, उत्तराखंड की, पंजाब की जनता ने मुंह तोड़कर जवाब दिता। लोग वीरा करके मोर्चे लगा रहे हैं, बहुत बड़ी गिनती आ रही है। हरियाणा सारा उठ के आ गया, यूपी उठ के आ गई, पंजाब वाले भी फिर तुर पे इधर बड़ी गिनती। अपना फिरोजपुर का बहुत बड़ा काफिला एक पहुंच चुका वा, एक अज फिरोजपुर तो तुरया, मोगे तो तुरया, भाई तो तुरया, बहुत बड़ा काफिला तुरया मोगे तो साढ़े अज तालियां आ गया। बहुत आ बैठे मेरे सामने बैठे मोगे आए, और बड़ी जनता आ रही है। तुम मेरे वीरों अपनी सारे की एक ही मंशा कि मोर्चे और मजबूत किया जाए, मोर्चे और तगड़ा किया जाए, ताकि अपनी अखी बंदा लैके जाइए कि साड़ी जिंदगी मौत का सवाल है, जिसे साडा कारोबार तबाह होना वा, पीढ़ियां तबाह होना, और बंदा लैके जाइए, मनवा के जाइए। ये सारे का अपना एक मंशा वा। जो ये मंशा वा फिर दुनिया चीजा सब लिखिया रह जाए, बीमारी भी लिखी रह जाती है, घर च कोई खुशियां गमियां भी लिखिया रह जाए, सारे काम लिखे रह जाते हैं। एक ही साढ़े सामने निशाना अर्जुन की जितना तुमने अपनी वो आखी दीदी सिर्फ सानू अज मोदी की सरकार का निशाना करना चाहिए, और सानू दिसनी चाहिए अख ओने नहीं कर मेरे को जितना आपको सारे वाटे करने पैणगे। कई लिखिया मोटिया गलों तो कई बार बड़ा मन जरा दुखता वा, सारी जड़ी गल सुन तो बाद नहीं फिर भी कितने जाके टंडी करा क्यों कुछ बंदे क्यों जाते हैं, वो मन दुखी होता वा। मेरे को टंडी करा नहीं जाना कभी, सदा चढ़ती कला च रहना जो गुरु ने सिखाया अपने। सारे और चिड़िया ढाड़े मन च निक्किया मोटिया गल्लां होण, विचार आउण, उन्होंने पासे छड़ के सबके सिर पे विचार आनी चाहिए कि मोर्चा मजबूत करना, मोर्चा मजबूत करना, मोर्चा मजबूत करना, मोर्चा जित के जाना। उन्होंने मेरे भी जत्थे अपने लिया वो लगातार तुरे हुए भागे जिथे तुरने 3 तरीक को तुरने 5 को तुरने उस तो बाद नहीं लगातार तुरने, पर इधरों कहीं जाना नहीं, इधरों एक बंदा भी नहीं जाना, भावे उसकी वारी केड़ी है केड़ी नहीं, भावे उसकी वारी तो आप चाहे पर रोक जाए, ताकि किसी ने तरनतारण जिले का वेचे अमृतसर का वेचे केवल हो। संगत जी इस समय तुसी जकारियां दी आवाज़ां सुन रहे हो, चढ़दी कला वाले जकारे जिहड़े वो सारी संगत वालों सारे इकट्ठ वालों छड्डे जा रहे आ। ਸਿੰਘੂ ਬਾਰਡਰ ਦੀ ਮੇਨ ਸਟੇਜ ਦੇ ਉੱਤੇ ਇਸ ਸਮੇਂ ਅਸੀਂ ਖੜੇ हाँ
ਤੇ ਕਿਸ ਤਰ੍ਹਾਂ ਬਾਹਾਂ ਖੜੀਆਂ ਕਰਕੇ ਜਿਹੜੇ ਸਾਡੇ ਬਜ਼ੁਰਗ ਨੌਜਵਾਨ ਸਾਰੇ ਹੀ ਜਿਹੜੇ ਇੱਥੇ ਬੱਚਿਆਂ ਤੱਕ ਜਿਹੜੇ ਇੱਥੇ ਪਹੁੰਚੇ ਆ ਉਹ ਚੜ੍ਹਦੀ ਕਲਾ ਭਰੇ ਜਿਹੜੇ ਜਕਾਰੇ ਆ ਛੱਡ ਰਹੇ ਆ। ਤੇ ਨਾਲ ਹੀ ਇੱਥੇ ਸਾਡੇ ਕੁਝ ਵੀਰ ਵੀ ਮੌਜੂਦ ਨੇ ਜਿਨ੍ਹਾਂ ਤੋਂ ਵੀ ਅਸੀਂ ਜਾਣਾਂਗੇ ਕਿ ਕਿੱਥੋਂ ਆਏ ਆ ਤੇ ਕੀ ਇਹਨਾਂ ਦਾ ਨਾਮ ਹੈ। ਉਸ ਤੋਂ ਬਾਅਦ ਜਿਹੜੇ ਆਪਣੇ ਵਿਚਾਰ ਨੇ ਉਹ ਸੰਗਤ ਅੱਗੇ ਰੱਖਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਜ਼ਿਲ੍ਹਾ ਗੁਰਦਾਸਪੁਰ ਜੇ ਪਿੰਡ ਸੱਖੋਵਾਲ। ਸਾਡੇ ਪਿੰਡੋਂ ਕਾਫੀ ਜਮਾਵੜਾ ਆਇਆ ਹੋਇਆ ਸਾਡੀ ਜ਼ੋਨ ਵੱਲੋਂ, ਜ਼ੋਨ ਬਾਬਾ ਰਾਮ ਥਮਨ ਜੇ, ਤੇ ਸਾਡੀਆਂ ਘੱਟੋ ਘੱਟ 200-250 ਗੱਡੀ ਆਈ ਆ ਗੁਰਦਾਸਪੁਰ ਜ਼ਿਲ੍ਹੇ ਦੀ। ਤੇ ਚੜ੍ਹਦੀ ਕਲਾ 'ਚ ਆ ਸਾਰੀ ਸੰਗਤ। ਐਵੇਂ ਲੋਕ ਕਹੀ ਜਾਂਦੇ ਆ, ਕੋਈ ਆਂਦਾ ਇੱਥੇ ਐਂ ਹੋ ਗਿਆ ਜੀ, ਐਂ ਹੋ ਗਿਆ, ਕੁਛ ਨਹੀਂ ਹੋਇਆ। ਬਹੁਤ ਪ੍ਰੋਗਰਾਮ ਤਗੜੇ ਪੱਧਰ ਤੇ ਚੱਲ ਰਿਹਾ ਜੀ। ਤੇ ਮੈਂ ਇੰਨੀ ਕੁ ਬੇਨਤੀ ਕਰਦਾ ਵੀ ਡਰਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਗੀ, ਤੇ ਵੱਧ ਤੋਂ ਵੱਧ ਸੰਗਤ ਆਵੇ। ਅਸੀਂ ਆਪਣਾ ਜਿਹੜਾ ਸਿੰਘੂ ਬਾਰਡਰ ਵਾਲਾ ਮੋਰਚਾ ਹੋਰ ਉੱਚੇ ਪੱਧਰ ਤੇ ਖੜੀਏ, ਤੇ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਮੈਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਭਾਈ ਸਾਹਿਬ ਜੀ, ਇੱਕ ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਾਫਲਾ ਆਪਣੇ ਨਾਲ ਜਿਹੜੀ ਸੰਗਤ ਯੂਪੀ ਦੀ ਤੇ ਹਰਿਆਣੇ ਦੀ ਜੁੜੀ ਹੈ, ਉਹਦੇ ਨਾਲ ਮੋਰਚੇ ਨੂੰ ਕੀ ਬਲ ਮਿਲਿਆ, ਉਹ ਥੋੜਾ ਜਿਹੜਾ ਆਪਣੇ ਵਿਚਾਰ ਨੇ। ਦੇਖੋ ਜੀ, ਬੜੀ ਤਾਕਤ ਮਿਲੀ ਮੋਰਚੇ ਨੂੰ ਜਦੋਂ ਡਕੈਤ ਮਤਲਬ ਉਹਨਾਂ ਨੇ ਵੇਖਿਆ ਨਾ ਹਰਿਆਣੇ ਦੇ, ਉਹਨਾਂ ਨੂੰ ਅਸੀਂ ਦੇਖਿਆ ਤੇ ਸਾਨੂੰ ਇੰਜ ਲੱਗਾ ਵੀ ਰਾਤ ਕੱਟਣੀ ਔਖੀ ਹੋ ਗਈ ਸਾਨੂੰ। ਤੇ ਯੂਪੀ ਵੱਲੋਂ ਵੀ ਵਹੀਰਾਂ ਕੱਤ ਕੇ ਲੋਕ ਆ ਗਏ ਆ, ਤੇ ਆਪਣੇ ਪੰਜਾਬ ਦੇ ਲੋਕ ਵੀ ਆ ਗਏ ਆ। ਸਾਡੇ ਕੋਲ ਤੇ ਇੱਕ ਰਾਤ ਕੱਟਣੀ ਮੁਸ਼ਕਿਲ ਹੋ ਗਈ ਆ। ਜਦੋਂ ਇੱਥੇ ਆ ਕੇ ਵੇਖਿਆ, ਇੰਨਾ ਮਨੋਬਲ ਮਿਲਿਆ ਕਿ ਮੋਰਚਾ ਇੰਨਾ ਮਜ਼ਬੂਤ ਹੋ ਗਿਆ ਕਿ ਸਾਡਾ ਦਿਲ ਖੁਸ਼ ਹੋ ਗਿਆ ਵੇਖ ਕੇ। ਪਰ ਇਹ ਗੱਲ ਮੋਦੀ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਮੋਦੀ ਤੂੰ ਕੁਛ ਨਹੀਂ ਕਰ ਸਕਦਾ, ਅਸੀਂ ਤੈਨੂੰ ਈਦ ਮਨਾ ਕੇ ਦੱਸਾਂਗੇ। ਇਹ ਗੁਰੂ ਗੋਬਿੰਦ ਸਿੰਘ ਦੇ ਸਿੰਘ ਵਾ, ਕਦੀ ਪਿਛੇ ਨਹੀਂ ਹਟਦੇ। ਸਾਡੇ ਸਿਰ ਕੱਟ ਜਾਣਗੇ ਕੋਈ ਗੱਲ ਨਹੀਂ, ਪਰ ਅਸੀਂ ਬਿਲਕੁਲ ਤੈਨੂੰ ਅਸੀਂ ਜਿਹੜੇ ਕਾਨੂੰਨ ਵਾ ਅਸੀਂ ਪਾਸ ਕਰਵਾ ਕੇ ਜਾਵਾਂਗੇ। ਹਾਂਜੀ, ਬਜ਼ੁਰਗ ਵੀ ਸਾਡੇ ਨਾਲ ਮੌਜੂਦ ਨੇ, ਬਜ਼ੁਰਗਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਬਜ਼ੁਰਗਾਂ ਦੀ ਜਿਹੜੀ ਜਾਣਕਾਰੀ ਉੱਤਮ ਹੁੰਦੀ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਬਾਬਾ ਜੀ, ਕਿੱਥੋਂ ਪਹੁੰਚੇ ਹੋ ਤੁਸੀਂ? ਕਿਹੜੇ ਨਗਰ ਤੋਂ? ਕੀ ਨਾਮ? ਜ਼ਿਲ੍ਹਾ ਸਾਡਾ ਤਰਨਤਾਰਨ ਹੈ ਜੀ। ਤਰਨਤਾਰਨ। ਅਸੀਂ ਬਾਰਡਰ ਦੇ ਰਹਿਣ ਵਾਲੇ, ਰਾਜਾ ਤਾਲ ਦੇ ਲਾਗੇ ਪਿੰਡ ਵਾਘਾ ਬਾਰਡਰ ਲਾਗੇ ਸਾਡਾ ਪਿੰਡ ਕਲਸਿਆ। ਸਾਬਕਾ ਸਰਪੰਚ ਆ ਮੈਂ ਜੀ। ਤੇ ਜੀ ਇਹ ਕਾਨੂੰਨ ਸਾਡੇ ਹੱਥ ਤੇ ਬਹੁਤ ਸਰਕਾਰ ਨੇ ਮਾੜੇ ਬਣਾਏ ਆ ਜੀ, ਤੇ ਅਸੀਂ ਇਹ ਵਾਸਤੇ ਧਰਨੇ ਵਾਸਤੇ ਆਏ ਆ। ਤੇ ਬਾਬਾ ਜੀ, ਇਹ ਵੀ ਜਾਣਕਾਰੀ ਦਿਓ ਕਿ ਹੁਣ ਜਿਹੜੀ ਅਗਲੀ ਦਿਸ਼ਾ ਹੈ ਤੁਹਾਨੂੰ ਕੀ ਨਜ਼ਰ ਆ ਰਹੀ ਹੈ? ਮੋਰਚੇ ਦੀ ਦਿਸ਼ਾ ਕੀ ਨਜ਼ਰ ਆ ਰਹੀ ਹੈ? ਭਵਿੱਖ ਕੀ ਨਜ਼ਰ ਆ ਰਿਹਾ? ਭਵਿੱਖ ਤਾਂ ਜੀ ਇਹ ਮੋਰਚੇ ਦਾ ਤਾਂ ਬਹੁਤ ਵਧੀਆ ਭਵਿੱਖ ਆ। ਭਾਵੇਂ ਕੋਈ ਆ ਸਕਦਾ, ਕੋਈ ਨਹੀਂ ਆ ਸਕਦਾ, ਉਹਦੀ ਵੀ ਭਾਵਨਾ ਇੱਥੇ ਹੀ ਆ। ਮੇਰੀਆਂ 3 ਲਟਕੀਆਂ, ਇੱਕ ਮੇਰਾ ਲਟਕਾ ਉਹ ਆਰਮੀ 'ਚ। ਮੈਨੂੰ ਕੋਈ ਨਹੀਂ ਉਸ ਤਰ੍ਹਾਂ ਆਉਣ ਨਹੀਂ ਦਿੰਦਾ ਵੀ ਤੁਸੀਂ ਨਾ ਜਾਓ, ਤੁਸੀਂ ਠੀਕ ਨਹੀਂ ਰਹਿੰਦੇ। ਮੈਂ ਮੋਰਚੇ ਜਾਣਾ, ਜ਼ਰੂਰ ਜਾਣਾ, ਮੈਂ ਮੋਰਚੇ ਜ਼ਰੂਰ ਜਾਊਂਗਾ। ਮੈਂ ਖੁਦ ਆਪ ਆਇਆ। ਪਰਿਵਾਰ ਚੋਂ ਇੱਕ ਮੈਂਬਰ ਨੇ ਘੱਟੋ ਘੱਟ ਜਿਹੜਾ ਹਿੱਸਾ ਜ਼ਰੂਰ ਲਵਾਉਣਾ। ਹਾਂਜੀ ਹਾਂਜੀ, ਅਸੀਂ ਆਉਂਦੇ ਹਾਜ਼ਰ ਲਾਉਣੇ ਆ ਜੀ, ਅਸੀਂ ਲਾਉਂਦੇ ਆ ਪਿੰਡ। ਫਿਰ ਮੈਂ ਕਮੇਟੀ ਵਾਲਿਆਂ ਨੂੰ ਆਖਿਆ ਵੀ ਚਲੋ ਮੈਂ ਜਾਊਂ, ਜਿੰਨੇ ਜੋਗਾ ਹੈਗਾ ਜਾਊਂ, ਹੋਰ ਆਪਾਂ ਤੁਹਾਡੀ ਮਦਦ ਕਰਾਂਗੇ, ਜੋ ਵੀ ਤੁਸੀਂ ਕਹੋ ਮੈਂ ਤੁਹਾਡੀ ਮਦਦ ਕਰੂੰਗਾ। ਹਾਂਜੀ ਹਾਂਜੀ। ਬਾਪੂ ਜੀ ਦੇ ਜਿਹੜੇ ਪੁੱਤਰ ਨੇ, 3 ਧੀਆਂ ਨੇ ਤੇ ਇੱਕ ਪੁੱਤਰ ਨੇ, ਦੱਸ ਰਹੇ ਹੋ ਬਾਰਡਰ ਦੇ ਉੱਤੇ ਡਟੇ ਹੋਏ ਆ, ਤੇ ਬਾਪੂ ਜੀ ਇੱਥੇ ਡਟੇ ਹੋਏ ਆ ਧਰਨੇ ਦੇ ਉੱਤੇ, ਮੋਰਚੇ ਦੇ ਉੱਤੇ। ਸੋ ਇਹ ਸੁਭਾਵਿਕ ਜੀ ਗੱਲ ਹੈ ਕਿ ਜੇ ਇੰਨੀ ਚੜ੍ਹਦੀ ਕਲਾ ਦੇ ਨਾਲ ਪਰਿਵਾਰਾਂ ਦੇ ਵਿੱਚੋਂ ਸਾਡੇ ਬਜ਼ੁਰਗ ਆ ਰਹੇ ਆ ਤੇ ਜਿਹੜੀ ਜਿੱਤ ਹੈ ਉਹ ਯਕੀਨੀ ਹੈ। ਮੈਂ ਨਾ ਵੀ ਮੋਦੀ ਸਾਹਿਬ ਨੂੰ ਪਤਾ ਲੱਗ ਜਾਣਾ ਚਾਹੀਦਾ, ਅਸੀਂ ਆਪਣਾ 1 ਫੁੱਟ ਤੋਂ ਭਰਾ ਮਾਰ ਦਿੰਦੇ ਆ ਤੇ ਜਿਹੜਾ ਦੁਸ਼ਮਣ ਆ ਉਹਦੇ ਨਾਲ ਕੀ ਕਰਾਂਗੇ। ਬਸ ਇਹੋ ਹੀ ਗੱਲ ਹੈ ਕਿ ਅਸੀਂ ਕਰ ਸਕਦੇ ਹਾਂ, ਮਾਰ ਵੀ ਸਕਦੇ ਹਾਂ, ਮਾਰ ਵੀ ਸਕਦੇ ਹਾਂ। ਬਸ ਇਹੀ ਗੱਲ ਹੈ। ਜਿਹੜੀ ਜੁੱਤੀ ਨਾ ਜਿੱਤਾਂਗੇ, ਜੁੱਤੀ ਨਾ ਜ਼ਿੰਦਾ ਦਿਲੀ ਨੂੰ ਦੀ ਵਾਕਿਆ ਦਾਤ ਦੇਣੀ ਬਣਦੀ ਹੈ। ਸੋ ਜੇ ਇਦਾਂ ਦੀ ਜ਼ਿੰਦਾ ਦਿਲੀ ਸਾਡੇ 'ਚ ਕਾਇਮ ਰਹੇਗੀ, ਇਦਾਂ ਦੀ ਪੋਜ਼ਿਟਿਵਿਟੀ ਸਾਡੇ ਬਜ਼ੁਰਗਾਂ 'ਚ ਰਹੇਗੀ, ਤੇ ਮੈਂ ਸਮਝਦਾ ਕਿ ਫਿਰ ਨੌਜਵਾਨਾਂ ਦੀ ਤਾਂ ਗੱਲ ਹੀ ਕੀ ਹੈ। ਸੋ ਸੰਗਤ ਜੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇੱਥੇ ਸਟੇਜ ਹੈ ਜਿੱਥੋਂ ਦੇ ਦਰਸ਼ਨ ਤੁਹਾਨੂੰ ਹੁਣੇ ਕਰਵਾਏ। ਇੱਥੇ 28 ਤਰੀਕ ਨੂੰ ਵੀ ਜਿਹੜੇ ਅਥਰੂ ਗੈਸ ਦੇ ਗੋਲੇ ਪ੍ਰਸ਼ਾਸਨ ਵੱਲੋਂ ਛੱਡੇ ਗਏ, ਰਾਤ ਵੀ ਜਿਹੜੀ ਪਥਰਾਬਾਜ਼ੀ ਕੀਤੀ ਗਈ ਪ੍ਰਸ਼ਾਸਨ ਦੇ ਵੱਲੋਂ, ਜਿਵੇਂ ਕਿ ਬਾਬਾ ਜੀ ਨੇ ਤੁਹਾਡੇ ਨਾਲ ਪਹਿਲਾਂ ਸਾਂਝ ਪਾਈ ਕਿ ਕਾਫੀ ਜਿਹੜਾ ਇੱਥੇ ਪੱਥਰ ਲਗਾ ਕੇ ਜਾਂ ਹੋਰ ਰੋਕ ਕਰਕੇ ਜਿਹੜਾ ਕਿਸਾਨਾਂ ਨੂੰ ਸੰਘਰਸ਼, ਸ਼ਾਂਤਮਈ ਸੰਘਰਸ਼ ਕਰ ਰਹੇ ਜਿਹੜੇ ਵੀਰਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ। ਸੋ ਉੱਥੇ ਬਿਲਕੁਲ ਸਟੇਜ ਦੇ ਨਾਲ ਉਸੇ ਜਗ੍ਹਾ ਦੇ ਉੱਤੇ ਜਿੱਥੇ ਪਥਰਾਬਾਜ਼ੀ ਹੋਈ ਹੈ, ਉੱਥੇ ਮਹਾਂਪੁਰਖਾਂ ਵੱਲੋਂ ਜਿਹੜੇ ਪ੍ਰਬੰਧ ਨੇ ਉਹ ਚਲਾਏ ਜਾ ਰਹੇ ਨੇ। ਤੁਸੀਂ ਦੇਖਿਆ ਕਿ ਸੰਗਤਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜਾ ਪ੍ਰਸ਼ਾਦਾ ਪਾਣੀ ਛਕ ਰਹੀਆਂ ਨੇ, ਤੇ ਮਹਾਂਪੁਰਖ ਸਾਡੇ ਨਾਲ ਇਸ ਸਮੇਂ ਮੌਜੂਦ ਨੇ। ਮਹਾਂਪੁਰਖ ਬਾਬਾ ਸੇਵਾ ਸਿੰਘ ਜੀ, ਕਾਰ ਸੇਵਾ ਖਡੂਰ ਸਾਹਿਬ ਵਾਲੇ, ਉਹ ਆਪਣੇ ਬਚਨ ਤੁਹਾਡੇ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਦਿੱਲੀ ਕਿਸਾਨ ਮੋਰਚੇ ਦੇ ਵਿੱਚ ਜੋ ਸਮੂਹ ਸੰਗਤਾਂ ਪੰਜਾਬ ਤੋਂ ਨਹੀਂ ਸਾਰੇ ਦੇਸ਼ ਵਿੱਚੋਂ ਹੀ ਆਈਆਂ ਨੇ,
ਤੇ ਉਹਨਾਂ ਨੇ ਲੋੜੀਂਦੀ ਪ੍ਰਬੰਧ ਵਾਸਤੇ ਜੋ ਪਿਛਲੇ ਦਿਨੀ 27-28 ਨੂੰ ਜੋ ਝੂਮ ਨੇ ਆ ਕੇ ਪਥਰਾ ਕੀਤਾ, ਸਿੰਘਾਂ ਨੂੰ ਇੱਥੇ ਸ਼ਾਂਤਮਈ ਮੋਰਚੇ ਜ਼ਖਮੀ ਕੀਤਾ ਔਰ 4 ਸਵੇਰੇ ਮਤਲਬ ਇਹੋ ਜਿਹੀ ਨਾਕਾਬੰਦੀ ਕਰ ਦਿੱਤੀ ਆ ਕਿ ਉਹਨਾਂ ਨੂੰ ਦੂਜੇ ਜਿਹੜੇ ਸੰਗਤ ਬੈਠੀ ਆ ਦੂਜੀਆਂ ਪਿਛਲੇ ਬੰਨੇ ਉਸ ਬੰਨੇ ਉਹ ਜਾਣ ਦਾ ਰਸਤੇ ਰੋਕਤੇ ਨੇ ਤੇ ਅੱਗੇ ਆਉਣ ਜਾਣ ਬਣਿਆ ਸੀ, ਲੰਗਰ ਪਾਣੀ ਉਧਰੋਂ ਇੱਧਰ ਛਕ ਲੈਂਦੀ ਸੀ। ਹੁਣ ਬਿਲਕੁਲ 4 ਸਫੇਰੇ ਨਾ ਕਰ ਉਹਨੇ ਬਾਹਰ ਅੰਦਰ ਜਾਣ ਦਾ ਇਹਨਾਂ ਨੂੰ ਕੋਈ ਸਾਰੇ ਇੱਕੋ ਹੀ ਰਸਤਾ ਬਾਹਰ ਜਾਣ ਦਾ, ਬਾਕੀ ਸਾਰੇ ਗੁਰੂ ਕੇ ਲੰਗਰਾਂ ਦੂਜਿਆਂ ਦੇ ਰਸਤੇ ਬੰਦ ਕੀਤੇ ਨੇ। ਸੋ ਉਸ ਲੋੜ ਨੂੰ ਮੁੱਖ ਰੱਖ ਕੇ ਇੱਥੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਘਰ ਲੰਗਰ ਉਹ ਚੱਲ ਰਿਹਾ ਹੈ ਤੇ ਸੰਗਤਾਂ ਬੜੇ ਪਿਆਰ ਦੇ ਨਾਲ ਆਪਣੀ ਸ਼ਾਂਤਮਈ ਬੜੇ ਜਜ਼ਬਾਤ ਦੇ ਨਾਲ ਆਪਣੀਆਂ ਮੰਗਾਂ ਤੇ ਦ੍ਰਿੜ ਨਿਸ਼ਚੇ ਨਾਲ ਬੈਠੀਆਂ। ਸਤਿਗੁਰੂ ਕਿਰਪਾ ਕਰਨ, ਗੁਰੂ ਫਤਿਹ ਮੋਰਚਾ ਕਰੇ ਕਿਉਂਕਿ ਸਾਰੀ ਮਨੁੱਖਤਾ ਦਾ ਮੋਰਚਾ ਹੈ, ਸਾਰੇ ਸੰਸਾਰ ਦੇ ਮਤਲਬ ਭਲੇ ਦਾ ਮੋਰਚਾ ਹੈ ਕਿਉਂਕਿ ਜੋ ਕਿਸਾਨ ਨੇ ਜੋ ਅਨਾਜ ਪੈਦਾ ਕਰਨ ਉਹ ਸਾਰਿਆਂ ਨੂੰ ਲੋੜੀਂਦਾ, ਸਾਰਿਆਂ ਨੇ ਛਕ ਕੇ ਸੋਹਣਾ ਹੁੰਦਾ ਹੈ ਤੇ ਛਕ ਕੇ ਜੀਣਾ ਹੁੰਦਾ ਹੈ। ਤੇ ਇਸ ਵਾਸਤੇ ਜੋ ਵੀ ਸਿੱਖ ਸੰਗਤਾਂ ਵੈਸੇ ਤਾਂ ਬਹੁਤ ਸੰਸਾਰ ਭਰ ਦੇ ਸਿੱਖ ਸੰਗਤਾਂ ਬੜੀਆਂ ਹਰ ਪੱਖੋਂ ਹੀ ਸਹਿਯੋਗ ਮਨ ਕਰਕੇ ਤਨ ਕਰਕੇ ਧਨ ਕਰਕੇ ਦੇ ਰਹੀਆਂ। ਸੋ ਸੱਚੇ ਪਾਤਸ਼ਾਹ ਕਿਰਪਾ ਕਰੋ, ਉਹਨਾਂ ਨੇ ਅਰਦਾਸਾਂ ਸੰਗਤਾਂ ਦੇ ਕਰਕੇ ਮੋਰਚਾ ਸਫਲਤਾ ਵੱਲ ਨੂੰ ਵਧ ਰਿਹਾ ਔਰ ਗੁਰੂ ਦੀ ਕਿਰਪਾ ਨਾਲ ਪੂਰਾ ਵਿਸ਼ਵਾਸ ਸਤਿਗੁਰਾਂ ਦੇ ਗੁਰੂ ਕਿਰਪਾ ਕਰੇਗਾ, ਇਹ ਮੋਰਚਾ ਫਤਿਹ ਕਰੇਗਾ ਤੇ ਸਿੱਖ ਸੰਗਤਾਂ ਦੀ ਸੇਵਾ ਕਰਕੇ ਸਭ ਸਾਰਿਆਂ ਨੂੰ ਲਾਭ ਪ੍ਰਾਪਤ ਹੋਏਗਾ। ਸੋ ਮੈਂ ਆਪ ਜੀ ਨੂੰ ਵਿਸ਼ੇਸ਼ ਜਾਣਕਾਰੀ ਦੇਣੀ ਚਾਹੁੰਦਾ ਹਾਂ ਵੀ ਜੋ ਸੰਤੋਖ ਸਬਰ ਸਿਦਕ ਗੁਰੂ ਨੇ ਇਸੇ ਪਾਤਸ਼ਾਹ ਨੇ ਸਿੱਖ ਸੰਗਤਾਂ ਭਰਿਆ ਉਹ ਇੱਥੇ ਲਾ ਮਿਸਾਲ ਸੰਗਤ ਨੇ ਉਹ ਵਿਖਾਇਆ। ਜਿਸ ਦਿਨ ਗੋਲਾਬਾਰੀ ਹੋਈ ਇੱਥੇ ਪਥਰਾਬਾਜੀ ਹੋਈ, ਅਥਰੂ ਗੈਸ ਛੱਡੇ ਗਏ ਨੇ, ਝੂਮ ਨੇ ਆ ਕੇ ਪੁਲਿਸ ਦੀ ਮਦਦ ਦੇ ਨਾਲ ਆ ਕੇ ਸਿੰਘ ਜ਼ਖਮੀ ਹੋਏ ਨੇ। ਉਸ ਦਿਨ 4 ਸਵੇਰੇ ਨਾਕਾ ਬੰਦ ਕਰਤਾ ਸੀ ਤੇ ਸਿੰਘਾਂ ਨੇ ਪਹਿਰੇ ਤੇ ਵੀ ਦਿੱਤਾ ਪਹਿਰਾ ਤੇ ਰਾਤ ਨੂੰ ਲੰਗਰ ਵੀ ਥੋੜਾ ਮਸਤਾਨਾ ਹੋ ਗਿਆ, ਲੰਗਰ ਦਾ ਪ੍ਰਬੰਧ ਇੰਨਾ ਨਹੀਂ ਸੀ। ਆਮ ਸਿੰਘਾਂ ਨੇ ਆ ਕੇ ਦੱਸਿਆ ਵੀ ਸਾਨੂੰ ਇੱਕ ਰਾਤ ਇੱਕ ਪ੍ਰਸ਼ਾਦਾ 2 ਡੰਗ ਦੇ ਇੱਕ ਪ੍ਰਸ਼ਾਦਾ ਸੰਗਤ ਛਕ ਕੇ ਹੀ ਆਪਣਾ ਗੁਜ਼ਾਰਾ ਕੀਤਾ ਹੈ। ਤੇ ਜਦੋਂ ਇਹ ਜਾਣਕਾਰੀ ਮਿਲੀ ਹੈ ਕਿ ਇੱਥੇ ਬਿਲਕੁਲ ਬਹੁਤ ਸਖਤ ਲੋੜ ਲੰਗਰ ਦੀ ਤੇ ਉਸੇ ਵਕਤ ਹੀ ਗੱਡੀਆਂ ਕੁਦਰਤੀ ਰਸਤੇ 'ਚ ਇੱਥੇ ਆ ਕੇ ਲੰਗਰ ਸ਼ੁਰੂ ਕੀਤਾ ਹੈ ਕਿਉਂਕਿ ਸਿੱਖੀ ਸਿਦਕ ਦਾ ਇਹ ਪ੍ਰਮਾਣ ਪ੍ਰਤੱਖ ਹੈ ਕਿ ਪਹਿਲਾਂ ਵੀ ਮੁੱਠ ਛੋਲਿਆਂ ਤੇ ਸਿੰਘ ਜਿਹੜੇ ਜਦੋਂ ਜੰਗਾਂ ਯੁੱਧਾਂ ਵਿੱਚ ਜੰਗਲਾਂ ਵਿੱਚ ਪਹਾੜਾਂ ਵਿੱਚ ਜਾਂਦੇ ਸੀ ਤੇ ਇੱਕ ਮੁੱਠ ਦੇ ਉੱਤੇ ਗੁਜ਼ਾਰਾ ਕਰਦੇ ਸੀ। ਉਹ ਵੀ ਇੱਥੇ ਇਹਨਾਂ ਸਿੰਘਾਂ ਨੇ ਗੁਰਮੁਖਾਂ ਨੇ ਲਾ ਮਿਸਾਲ ਉਹ ਮਿਸਾਲ ਕਾਇਮ ਕੀਤੀ ਆ ਵੀ ਜੇ ਪ੍ਰਸ਼ਾਦਾ ਨਹੀਂ ਤੇ ਕੋਈ ਗੱਲ ਨਹੀਂ, ਅਸੀਂ ਇੱਕ ਪ੍ਰਸ਼ਾਦੇ 'ਤੇ ਗੁਜ਼ਾਰਾ ਕਰਾਂਗੇ। ਸੋ ਧੰਨਵਾਦ, ਨਮਸਕਾਰ ਆ, ਸੀਸ ਦਾ ਗੁਰਸਿੱਖਾਂ ਦੇ ਇਹਨਾਂ ਗੁਰਮੁਖਾਂ ਦੇ ਜਿਨ੍ਹਾਂ ਨੇ ਸੰਘਰਸ਼ ਯੋਗਦਾਨ ਪਾਇਆ ਤੇ ਆਪਣੇ ਸਬਰ ਸਿਦਕ ਸੰਤੋਖ ਦੇ ਨਾਲ ਇਹ ਪਹਿਰਾ ਦੇ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਕਿਸਾਨ ਆਗੂ ਪੰਧੇਰ ਸਾਹਿਬ ਜੀ ਸਾਡੇ ਨਾਲ ਮੌਜੂਦ ਨੇ ਇਸ ਸਮੇਂ। ਜਿਹੜੀ ਹੁਣ ਮੌਜੂਦਾ ਸਥਿਤੀ ਚੱਲ ਰਹੀ ਹੈ, ਮੌਜੂਦਾ ਵਿਉਂਤਬੰਦੀ, ਉਹਦੇ ਬਾਰੇ ਮੈਂ ਚਾਹਣਾ ਕਿ ਜਿਹੜੇ ਪੰਧੇਰ ਸਾਹਿਬ ਨੇ ਉਹ ਬਚਨ ਸੰਗਤਾਂ ਨਾਲ ਸਾਂਝੇ ਕਰਨ। ਦੇਖੋ ਸੰਗਤ ਤੁਸੀਂ ਵੇਖ ਸਕਦੇ ਪੰਜਾਬ 'ਚ ਲੱਖਾਂ 'ਚ ਆ ਗਈ ਆ। ਬਾਬਾ ਖਡੂਰ ਸਾਹਿਬ ਵਾਲਿਆਂ ਨੂੰ ਅਸੀਂ ਕਿਹਾ ਸੀ ਇਹ ਪਰਸੋਂ ਹੀ ਆ ਗਏ ਸੀਗੇ ਤੋ ਦੇਖ ਰਹੇ ਜੇ ਹੋਰ ਵੀ ਲੋੜ ਪਊ ਤੇ ਹੋਰ ਵੀ ਸੰਸਥਾ ਵਾ ਤੇ ਚੜ੍ਹਦੀ ਕਲਾ 'ਚ ਨੇ ਲੋਕ, ਬੜਾ ਵਧੀਆ ਮਾਹੌਲ ਆ। ਜ਼ਿਆਦਾ ਸੰਗਤ ਦੀ ਡਿਮਾਂਡ ਆ ਵੀ ਇਹ ਜਿਹੜੇ ਆਡੋ ਪਾਟ ਵਾ ਇਹਦੇ ਹੁਣ ਜਿਹੜੇ ਸਰਕਾਰ ਫਾਇਦਾ ਉਠਾਉਣ ਲਈ ਨਾਲ ਹੋਰ ਹੀ ਫੌਜਾਂ ਲਾ ਦਿੱਤੀਆਂ ਗਈਆਂ ਪਰ ਅਜੇ ਵੀ ਸਟੇਜਾਂ 2 ਨੇ। ਆਉਣ ਵਾਲੇ ਸਮੇਂ 'ਚ ਕੀ ਵਿਉਂਤਬੰਦੀ ਹੈ ਕਿ ਇਹ ਇਕੱਠੇ ਹੋਣਗੇ? ਇਕੱਠੇ ਆ ਕੋਈ ਪਾੜ ਨਹੀਂ ਹੁੰਦਾ। ਕੱਲ ਇੱਕ ਰਾਹ ਬੰਦ ਸੀ, 2 ਰਾਹ ਖੋਲਤੇ ਆ। ਸਰਕਾਰ ਨੂੰ ਅਲਟੀਮੇਟਮ ਦਿੱਤਾ ਵਾ 5 ਵਜੇ ਤੱਕ ਭਾਈ ਇਹਨੂੰ ਬੈਰੀਕੇਡ ਹਟਾਓ, ਨਹੀਂ ਤੇ ਅਸੀਂ ਇਹਦੇ ਬਾਰੇ ਕੋਈ ਫੈਸਲਾ ਕਰਾਂਗੇ, ਨਹੀਂ ਰਾਹ ਬੰਦ ਹੋ ਜਾਣਗੇ। ਨਵਾਂ ਯੂਥ ਜਿਹੜਾ ਮਤਲਬ ਇਹ ਚਾਹੁੰਦਾ ਜਿਸ ਤਰ੍ਹਾਂ 2 ਸਟੇਜਾਂ ਲੱਗੀਆਂ ਕਿ ਇੱਕ ਨਹੀਂ ਹੋ ਸਕਦੀ, ਇਕੱਠੇ ਨਹੀਂ ਸਾਰੇ ਇਕੱਠੇ ਹੀ ਆ। ਸਟੇਜਾਂ ਤਾਂ ਤੁਸੀਂ ਦੇਖੋ ਟਿਕਰੀ ਤੇ ਵੀ 2 ਆ, ਗਾਜੀਪੁਰ 'ਚ ਵੀ 2 ਆ, ਦੂਜੀ ਆ, ਪਰ ਮਕਸਦ ਸਾਰਿਆਂ ਦਾ ਇੱਕੋ ਹੀ ਆ। ਸਾਰੇ ਇਕੱਠੇ ਆ, ਇਕੱਠੇ ਲੜਾਂਗੇ ਤੇ ਇਕੱਠੇ ਰਹਾਂਗੇ, ਚੜ੍ਹਦੀ ਕਲਾ 'ਚ ਰਹਾਂਗੇ। ਉਹਨਾਂ ਲੋਕਾਂ ਦੀਆਂ ਭਾਵਨਾਵਾਂ ਤੇ ਵੀ ਕਦਰ ਕਰਾਂਗੇ। ਫੋਰਸ ਡਰਾਉਣ ਦਾ ਯਤਨ ਕਰਦੇ ਆ। ਜੇ ਪਿਛਲੇ 8 ਦਿਨਾਂ 'ਚ ਕੁਝ ਨਹੀਂ ਕਰ ਸਕਦੇ, ਡਰਾਉਣ ਵਾਲੀ ਜ਼ਿਆਦਾ ਵਾ। ਮਾਨਸਿਕ ਤੌਰ ਤੇ ਪੱਕੇ ਆ। ਭਾਜਪਾ ਦੇ ਗੁੰਡਿਆਂ ਦਾ ਹਮਲਾ ਬੜੇ ਸਬਰ ਨਾਲ ਚੱਲਿਆ, ਗਾਂਹ ਵੀ ਚੱਲਾਂਗੇ, ਕੁਝ ਨਹੀਂ ਕਰ ਸਕਦੇ, ਲੜਾਂਗੇ ਅੰਤਮ ਸਾਹਾਂ ਤੱਕ। ਸ਼ਾਂਤਮਈ ਰਹਿਣਾ ਵਾ। ਸਰਕਾਰ ਦੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਹਿਣਾ, ਕੁਝ ਨਹੀਂ, ਖੇਤੀ ਕਾਨੂੰਨ ਰੱਦ ਕਰਾ ਕੇ ਜਾਵਾਂਗੇ ਦਿੱਲੀ 'ਚੋਂ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਮਿੰਦਰ ਸਿੰਘ। ਮੈਂ ਬੇਨਤੀ ਕਰਦਾ, ਅੱਜ ਅਸੀਂ ਇੱਥੇ ਪੰਜਾਬ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ 'ਤੇ ਹਾਂ ਜੀ। ਜੋ 28 29 ਨੂੰ ਜੋ ਕੁਝ ਵੀ ਹੋਇਆ ਸਾਰੀ ਦੁਨੀਆ ਨੇ ਵੇਖਿਆ। ਜਿਹੜਾ ਜ਼ਬਰ ਸੀ ਉਹਦਾ ਜਵਾਬ ਅਸੀਂ ਸਬਰ ਦੇ ਨਾਲ ਦਿੱਤਾ। ਮੇਰੀ ਬੇਨਤੀ ਆਪਣੇ ਭਰਾਵਾਂ ਨੂੰ, ਜਿਹੜਾ ਪਿੱਛੇ ਸਾਡਾ ਯੂਥ ਬੈਠਾ, ਜਿਹੜਾ ਯੂਥ ਦੇ ਉੱਪਰ ਇੱਕ ਕਲੰਕ ਲੱਗਾ ਸੀ ਕਿ ਨਸ਼ੇੜੀ ਦਾ, ਉਹ ਜੇ ਲਾ ਕੇ ਦਿੱਲੀ ਦੇ ਵਿੱਚ ਆਏ। ਹੁਣ ਮੈਂ ਇੱਕ ਬੇਨਤੀ ਕਰਦਾ ਉਸ ਆਪਣੇ ਯੂਥ ਨੂੰ ਵੀ ਘਰਾਂ ਛੱਡ ਕੇ ਇੱਥੇ ਜ਼ਰੂਰ ਆਉਣ।
ਪਿੰਡਾਂ ਦੇ ਵਿੱਚ ਜਿਹੜੇ ਵੱਡੇ ਪਰਿਵਾਰ ਆ ਆਪਣੇ ਪਰਿਵਾਰਾਂ ਦੇ ਵਿੱਚੋਂ ਜੀ ਜ਼ਰੂਰ ਭੇਜੋ। ਇਹ ਸਾਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਹਰਿਆਣੇ ਦੇ ਵਿੱਚੋਂ ਯੂਥ, ਉਹਨਾਂ ਦੇ ਬੀਬੀਆਂ, ਬੱਚੇ, ਛੋਟੇ 7-7 ਸਾਲ ਦੀਆਂ ਬੱਚੀਆਂ ਸਭ ਇੱਥੇ ਆ ਚੁੱਕੇ ਆ। ਯੂਪੀ ਚੋਂ ਬਹੁਤ ਵੱਡੀ ਲੱਖਾਂ ਦੀ ਗਿਣਤੀ ਦੇ ਵਿੱਚ, ਜਿਹੜਾ ਗਾਜੀਪੁਰ ਕਿਸੇ ਵੇਲੇ ਬੜਾ ਕਮਜ਼ੋਰ ਬਾਰਡਰ ਕਿਹਾ ਜਾਂਦਾ ਸੀ, ਅੱਜ ਯੂਪੀ ਦੇ ਲੋਕਾਂ ਨੇ ਸਭ ਤੋਂ ਮਜ਼ਬੂਤ ਕਰਤਾ। ਮੇਰੀ ਭਰਾਵੋ ਬੇਨਤੀ ਆ, ਮੋਰਚਾ ਫੇਲ ਨਾ ਹੋਣ ਦਈਏ, ਆਪਣੀਆਂ ਜੜ੍ਹਾਂ ਨਾ ਪੁੱਟਣ ਦਈਏ। ਬੇਸ਼ੱਕ ਸਾਡੀਆਂ ਇੱਥੋਂ ਲਾਸ਼ਾਂ ਵੀ ਚੱਲ ਜਾਣ, ਕੋਈ ਗੱਲ ਨਹੀਂ ਗੀ ਭਰਾਵੋ। ਮੋਰਚਾ ਉਦੋਂ ਹੀ ਹੁੰਦਾ ਅੱਜ ਘੇਰੇਬੰਦੀ ਹੋ ਚੁੱਕੀ ਆ, ਸਾਰਾ ਕੁਝ ਹੋ ਚੁੱਕਾ। ਅੱਜ ਵੀ ਜੇ ਮੋਰਚਾ ਅਸੀਂ ਸਫਲ ਨਾ ਕੀਤਾ ਤੇ ਫਿਰ ਅਸੀਂ ਆਪਣੇ ਸਦੀਆਂ ਤੱਕ ਆਪਣੇ ਪੈਰਾਂ ਤੇ ਕਦੀ ਨਹੀਂ ਆ ਸਕਦੇ। ਮੇਰੀ ਅਪੀਲ ਆ ਮੇਰੇ ਸਾਰੇ ਭਰਾਵਾਂ ਨੂੰ, ਭਾਵੇਂ ਲੜਾਈ ਟਿੱਕਰੀ ਤੇ ਲੱਗੀ ਆ, ਭਾਵੇਂ ਗਾਜੀਪੁਰ ਆ, ਭਾਵੇਂ ਸਾਂਝੇ ਮੋਰਚੇ ਜਾਂ ਭਾਵੇਂ ਕਿਸਾਨ, ਜਿੱਥੇ ਵੀ ਆਉਣਾ, ਜਿੱਥੇ ਵੀ ਬਹਿਣਾ ਬਹਿ ਜਾਓ, ਪਰ ਘਰਾਂ ਦੇ ਵਿੱਚੋਂ ਜ਼ਰੂਰ ਆਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।